ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਅਤੇ ਅਸੀਂ ਹਾਜ਼ਰ ਅੱਜ ਦਾ ਵਿਜ਼ਨ ਲਾਈਵ ਸ਼ੋ ਲੈके ਵਿਜ਼ਨ ਲਾਈਵ ਤਾਂ ਕਹਿ ਰਹੇ ਹਾਂ ਕਿਉਂਕਿ ਅੱਜ ਅਸੀਂ ਕੁਝ ਵਿਲੱਖਣ ਔਰ ਨਵਾਂ ਤੁਹਾਡੇ ਸਾਹਮਣੇ ਕਰ ਰਹੇ ਹਾਂ। ਔਰ ਵਿਜ਼ਨ ਲਾਈਵ ਜਿਵੇਂ ਤੁਸੀਂ ਹਰ ਰੋਜ਼ ਤੁਸੀਂ ਦੇਖਦੇ ਹੋ ਕਿ ਵਿਜ਼ਨ ਪ੍ਰਾਈਮ ਟਾਈਮ ਸ਼ੋ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਕਰਦੇ ਹਾਂ। ਅੱਜ ਵਿਜ਼ਨ ਲਾਈਵ ਇਸ ਕਰਕੇ ਕਿ ਕੁਝ ਚੀਜ਼ਾਂ ਕੁਝ ਮੁਦਰਾਵਾਂ ਕੁਝ ਆਸਨ ਤੁਹਾਡੇ ਮੱਦੇਨਜ਼ਰ ਰੱਖਣੇ ਨੇ ਕਿਉਂਕਿ ਜਿਹੜਾ ਇਹ ਮੰਥ ਚੱਲ ਰਿਹਾ ਹੈ ਨੈਸ਼ਨਲ ਵੈਲਨੈਸ ਮੰਥ ਚੱਲ ਰਿਹਾ ਔਰ ਮਨਾਇਆ ਜਾ ਰਿਹਾ US ਕੈਨੇਡਾ ਦੇ ਵਿੱਚ ਵੀ। ਸੋ ਪਿਛਲੀ ਵਾਰੀ ਅਸੀਂ ਜਸਵਿੰਦਰ ਵਿਰਕ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਹੈ। ਮੈਂ ਉਹਨਾਂ ਦਾ ਆਫੀਸ਼ੀਅਲੀ ਸਵਾਗਤ ਬਾਅਦ 'ਚ ਕਰਦਾ। ਪਹਿਲਾਂ ਦੱਸ ਦੇਵਾਂ ਕਿ ਪਿਛਲੀ ਵਾਰ ਅਸੀਂ ਵਾਅਦਾ ਕੀਤਾ ਸੀ ਕਿ ਕੁਝ ਚੀਜ਼ਾਂ ਮੈਡੀਟੇਸ਼ਨ ਨਾਲ ਸੰਬੰਧਿਤ ਯੋਗਾ ਨਾਲ ਸੰਬੰਧਿਤ ਅਸੀਂ ਤੁਹਾਡੇ ਨਜ਼ਰ ਕਰਾਂਗੇ ਜਿਸ ਦੇ ਵਿੱਚ ਤੁਹਾਨੂੰ ਸਿਖਾਇਆ ਜਾਏਗਾ ਕਿ ਜੇ ਕਿਸੇ ਵਿਅਕਤੀ ਨੇ ਕਿਸੇ ਵੀ ਮਨੁੱਖ ਨੇ ਜਾਂ ਤੁਹਾਡੇ ਵਿੱਚੋਂ ਪਹਿਲੀ ਵਾਰੀ ਕਿਸੇ ਨੇ ਮੈਡੀਟੇਸ਼ਨ ਕਰਨਾ ਜਾਂ ਪਹਿਲੀ ਵਾਰੀ ਯੋਗਾ ਦੀ ਸ਼ੁਰੂਆਤ ਕਰਨੀ ਹੈ। ਸਾਨੂੰ ਇਹ ਵੀ ਪਤਾ ਕਿ YouTube ਦੇ ਉੱਪਰ ਬਹੁਤ ਕੁਝ ਪਿਆ ਲੇਕਿਨ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਸੌਖੇ ਤਰੀਕੇ ਦੇ ਨਾਲ ਸ਼ੁਰੂਆਤ ਕੀਤੀ ਜਾ ਸਕੇ ਉਹ ਅੱਜ ਅਸੀਂ ਕੋਸ਼ਿਸ਼ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਕਿ ਜਿਹੜੀ ਇਹ ਕੋਸ਼ਿਸ਼ ਹੈ ਸਾਡੀ ਕਾਮਯਾਬ ਹੋਏਗੀ ਔਰ ਤੁਹਾਡੇ ਵੱਲੋਂ ਭਰਪੂਰ ਹੁੰਗਾਰਾ ਵੀ ਮਿਲੇਗਾ। ਔਰ ਜਿੱਥੇ ਤੁਸੀਂ ਆਪਣੇ ਟੀਵੀ ਸੈੱਟ ਉੱਪਰ ਇਸ ਪ੍ਰੋਗਰਾਮ ਨੂੰ ਦੇਖ ਰਹੇ ਹੋ ਨਾਲ ਦੇ ਨਾਲ ਇਸ ਪ੍ਰੋਗਰਾਮ ਦਾ ਤੁਸੀਂ ਸਿੱਧਾ ਪ੍ਰਸਾਰਣ ਲਾਈਵ ਫੇਸਬੁੱਕ ਤੇ ਵੀ ਉੱਪਰ ਦੇਖ ਸਕਦੇ ਹੋ। ਨਾਲ ਦੀ ਨਾਲ ਜਿੱਥੇ ਅੱਜ ਅਸੀਂ ਕੁਝ ਕਿਰਿਆਵਾਂ ਮੁਦਰਾਵਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਨਾਲ ਦੀ ਨਾਲ ਤੁਹਾਡੇ ਵਿਊਜ਼ ਤੁਹਾਡੀ ਫੀਡਬੈਕ ਦੀ ਵੀ ਸਾਨੂੰ ਲੋੜ ਰਹੇਗੀ ਔਰ ਤੁਸੀਂ ਕਾਲ ਵੀ ਕਰ ਸਕਦੇ ਹੋ ਨੰਬਰ ਵੀ ਚੱਲ ਰਿਹਾ ਹੋਵੇਗਾ ਔਰ ਤੁਸੀਂ ਸਾਨੂੰ ਫੇਸਬੁੱਕ ਦੇ ਜ਼ਰੀਏ ਵੀ ਮੈਸੇਜ ਕਰ ਸਕਦੇ ਹੋ। ਸੋ ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਕਿ ਨੈਸ਼ਨਲ ਵੈਲਨੈਸ ਮੰਥ ਜਿਹੜਾ ਮਨਾਇਆ ਜਾ ਰਿਹਾ ਔਰ ਅੱਜ ਸਾਡੇ ਨਾਲ ਜਸਵਿੰਦਰ ਵਿਰਕ ਜੀ ਆਏ ਨੇ ਔਰ ਅੱਜ ਤੁਹਾਨੂੰ ਬਹੁਤ ਸੌਖੇ ਤਰੀਕੇ ਦੇ ਨਾਲ ਯੋਗਾ ਦੀਆਂ ਕੁਝ ਵਿਧੀਆਂ ਆਸਣ ਜਿਹਨੇ ਬਿਲਕੁਲ ਸ਼ੁਰੂਆਤ ਤੋਂ ਕਰਨਾ ਹੈ ਮੈਡੀਟੇਸ਼ਨ ਕਿਉਂਕਿ ਸਾਨੂੰ ਵੀ ਪਤਾ ਕਿ ਕੈਨੇਡਾ ਦੇ ਵਿੱਚ ਰਹਿੰਦੇ ਹੋਏ ਸਾਡੀ ਜਿਹੜੀ ਸਾਊਥ ਏਸ਼ੀਅਨ ਕਮਿਊਨਿਟੀ ਹੈ ਖਾਸ ਕਰਕੇ ਜੇ ਅਸੀਂ ਪੰਜਾਬੀ ਭਾਈਚਾਰੇ ਦੀ ਗੱਲ ਕਰੀਏ ਤਾਂ ਸਾਡੇ ਵਿੱਚ ਜਿਹੜਾ ਸ਼ੂਗਰ ਬਲੱਡ ਪ੍ਰੈਸ਼ਰ ਕੋਲੇਸਟ੍ਰੋਲ ਬਹੁਤ ਸਾਰੀਆਂ ਨਾਮੁਰਾਦ ਬਿਮਾਰੀਆਂ ਜਿਨ੍ਹਾਂ ਨੇ ਪੈਰ ਪਸਾਰੇ ਹੋਏ ਆ ਜਿਹਦੇ ਵਿੱਚੋਂ ਅਸੀਂ ਕਹਿੰਦੇ ਹਾਂ ਕਿ ਮੋਟਾਪਾ ਵੀ ਇੱਕ ਅਜਿਹੀ ਨਾਮੁਰਾਦ ਬਿਮਾਰੀ ਹੈ। ਡਿਪਰੈਸ਼ਨ ਦੀ ਜਿਹੜੀ ਅੱਜ ਕੱਲ੍ਹ ਜਿਵੇਂ ਕਿ ਪਿਛਲੇ ਦਿਨੀ ਵੀ ਇੱਕ ਸਟੂਡੈਂਟਸ ਦੀ ਗੱਲ ਕਰੀਏ ਤਾਂ ਸਟੂਡੈਂਟ ਨੇ ਇੱਕ ਆਤਮ ਹੱਤਿਆ ਕੀਤੀ ਹੈ ਡਿਪਰੈਸ਼ਨ ਦਾ ਕਾਰਨ ਹੋ ਸਕਦਾ। ਬਹੁਤ ਸਾਰੀਆਂ ਚੀਜ਼ਾਂ ਅੱਜ ਸਿੱਖ ਸਕਦੇ ਹਾਂ ਔਰ ਉਹਦੇ ਨਾਲ ਕਈ ਵਾਰੀ ਸਾਡੀ ਜ਼ਿੰਦਗੀ ਕਾਇਆ ਕਲਪ ਹੋ ਜਾਂਦੀ ਹੈ। ਅੱਜ ਉਹ ਜਿਹੜੀਆਂ ਆਸਨ ਤੇ ਮੁਦਰਾਵਾਂ ਜਸਵਿੰਦਰ ਜੀ ਤੁਹਾਨੂੰ ਕਰਕੇ ਸਿਖਾਉਣਗੇ ਦਿਖਾਉਣਗੇ ਤੁਸੀਂ ਵੀ ਉਸ ਚੀਜ਼ ਨੂੰ ਨੋਟ ਕਰ ਸਕਦੇ ਹੋ ਉਹਦੀ ਵੀਡੀਓ ਵੀ ਬਣਾ ਸਕਦੇ ਹੋ ਦੁਬਾਰਾ ਲਿੰਕ ਵੀ ਦੇਖ ਸਕਦੇ ਹੋ। ਸੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਸਵਿੰਦਰ ਜੀ। ਸ਼ੁਕਰੀਆ ਬਹੁਤ ਬਹੁਤ। ਸੋ ਜੀ ਮੈਂ ਜਿਵੇਂ ਕਿ ਤੁਹਾਨੂੰ ਪਹਿਲਾਂ ਜਿਵੇਂ ਦੱਸਿਆ ਕਿ ਆਪਾਂ ਪਿਛਲੀ ਵਾਰ ਜਦੋਂ ਵਾਅਦਾ ਕੀਤਾ ਸੀ ਕਿ ਆਪਾਂ ਕੁਝ ਅਜਿਹੀਆਂ ਚੀਜ਼ਾਂ ਵਿਲੱਖਣ ਚੀਜ਼ਾਂ ਜਿਹੜੀਆਂ ਹੈਗੀਆਂ ਦੱਸਾਂਗੇ ਦਰਸ਼ਕਾਂ ਨੂੰ ਕਿ ਅਸੀਂ ਕਿਸ ਤਰੀਕੇ ਦੇ ਨਾਲ ਆਪਣੇ ਸਰੀਰ ਅਤੇ ਮਾਨਸਿਕ ਜਿਹੜੀ ਕਮਜ਼ੋਰੀ ਅੱਜ ਕੱਲ੍ਹ ਸਾਡੇ ਅੰਦਰ ਪੈਦਾ ਹੁੰਦੀ ਜਾ ਰਹੀ ਹੈ ਉਹਨੂੰ ਕਿਵੇਂ ਸਟਰੋਂਗ ਕਰ ਸਕਦੇ ਹਾਂ। ਸੋ ਮੈਂ ਚਾਹੁੰਦਾ ਕਿ ਵੀ ਥੋੜੀ ਜਿਹੀ ਜਿਹੜਾ ਆਪਣਾ ਨੈਸ਼ਨਲ ਵੈਲਨੈਸ ਮੰਥ ਮਨਾਇਆ ਜਾ ਰਿਹਾ ਤੇ ਫਿਰ ਇੱਕ ਯੂਥ ਫੈਸਟੀਵਲ ਹੋਣ ਜਾ ਰਿਹਾ ਉਹਦੇ ਬਾਰੇ ਸੰਖੇਪ ਜਾਣਕਾਰੀ ਦਿੰਦੇ ਹੋਏ ਫਿਰ ਆਪਾਂ ਥੋੜਾ ਜਿਹਾ ਜਿਹੜੀ ਡੈਮੋ ਅੱਜ ਕਰਨੀ ਉਹ ਦਿਖਾਈਏ। ਹਾਂਜੀ ਤੇ ਸਾਰੇ ਦਰਸ਼ਕਾਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਕੈਨੇਡਾ ਵਿਜ਼ਨ ਪੰਜਾਬ ਟੀਵੀ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਦੁਬਾਰਾ ਮੌਕਾ ਦਿੱਤਾ ਸਾਰਿਆਂ ਦੇ ਸਾਹਮਣੇ ਸਨਮੁਖ ਹੋਣ ਦਾ। ਔਰ ਅਸੀਂ ਜਦੋਂ ਮੈਂ ਪਿਛਲੀ ਵਾਰੀ ਆਈ ਸੀਗੀ ਤੁਹਾਡੇ ਨਾਲ ਗੱਲ ਹੋਈ ਸੀ ਉਦੋਂ ਸਾਡਾ ਹੈਪੀਨੈਸ ਫੈਸਟੀਵਲ ਹੋਣਾ ਸੀਗਾ ਆਨਲਾਈਨ 14 ਤੋਂ 16 ਅਗਸਤ ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਸਾਰਿਆਂ ਨੂੰ ਦੱਸਦੇ ਹੋਏ ਕਿ 400 ਲੋਕਾਂ ਨੇ ਇਸ ਹੈਪੀਨੈਸ ਫੈਸਟੀਵਲ ਦੇ ਵਿੱਚ ਹਿੱਸਾ ਲਿਆ ਆਨਲਾਈਨ ਔਰ 400 ਲੋਕਾਂ ਨੇ ਸਿੱਖਿਆ ਕਿ ਕਿੱਦਾਂ ਆਪਣੀ ਜ਼ਿੰਦਗੀ ਨੂੰ ਉਹ ਖੁਸ਼ਨੁਮਾ ਬਣਾਉਣ ਉਹਨਾਂ ਨੇ ਸੁਦਰਸ਼ਨ ਕਿਰਿਆ ਕਰਨੀ ਸਿੱਖੀ। ਤਾਂ ਬਹੁਤ ਔਰ ਪੂਰੇ ਇੰਨਾ ਵੱਡਾ ਉਪਰਾਲਾ ਸੀ ਔਰ ਜਿਹਦੇ ਵਿੱਚ ਵਿਜ਼ਨ ਪੰਜਾਬ ਟੀਵੀ ਦਾ ਬਹੁਤ ਵੱਡਾ ਇੱਕ ਹੱਥ ਸੀਗਾ ਤੇ ਸ਼ੁਕਰੀਆ ਤੁਹਾਡਾ। ਤੇ ਹੁਣ ਕਿਉਂਕਿ ਇਹ ਜਿਹੜਾ ਪੂਰਾ ਮਹੀਨਾ ਹੈ ਇਹ ਅਗਸਤ ਦਾ ਮਹੀਨਾ US ਦੇ ਵਿੱਚ ਤੇ ਆਪਣੇ ਇੱਥੇ ਕੈਨੇਡਾ ਦੇ ਵਿੱਚ ਵੀ ਵੈਲਨੈਸ ਮੰਥ ਸਿਹਤ ਵਾਸਤੇ ਇਹ ਮਹੀਨਾ ਜਿਹੜਾ ਉਹ ਮਨਾਇਆ ਜਾ ਰਿਹਾ ਨਾ ਔਰ ਇਹਦੇ ਵਿੱਚ ਦੇਖੋ ਸਿਹਤ ਦੇ ਵਿੱਚ ਪੂਰੇ ਪਰਿਵਾਰ ਦੀ ਸਿਹਤ ਅੱਛੀ ਹੋਣੀ ਜ਼ਰੂਰੀ ਹੈ। ਹੁਣ ਵੱਡਿਆਂ ਨੇ ਜਿਹੜਾ ਅਸੀਂ ਹੈਪੀਨੈਸ ਫੈਸਟੀਵਲ ਕੀਤਾ ਉਹ ਤਾਂ 18 ਸਾਲ ਤੋਂ ਉੱਪਰ ਵਾਲਿਆਂ ਦੇ ਲਈ ਸੀਗਾ ਤੇ ਜਿੱਦਾਂ ਮੈਂ ਪਿਛਲੀ ਵਾਰੀ ਦੱਸਿਆ ਸੀ ਕਿ ਸਾਡੇ ਆਰਟ ਆਫ ਲਿਵਿੰਗ ਦੇ ਵਿੱਚ ਯੂਥ ਵਾਸਤੇ
ਪ੍ਰੋਗਰਾਮ ਹੈਗੇ ਨੇ 8 ਸਾਲ ਤੋਂ ਲੈ ਕੇ 17 ਸਾਲ ਦੇ ਬੱਚਿਆਂ ਲਈ। ਤੇ ਹੁਣ ਅਸੀਂ ਯੂਥ ਫੈਸਟੀਵਲ ਕਰ ਰਹੇ ਹਾਂ ਕਿਉਂਕਿ 28 ਅਗਸਤ ਤੋਂ 30 ਅਗਸਤ ਤੱਕ ਇਹ ਯੂਥ ਫੈਸਟੀਵਲ ਹੋਏਗਾ ਆਨਲਾਈਨ। 3 ਘੰਟੇ ਰੋਜ਼ ਅਸੀਂ ਪ੍ਰੋਗਰਾਮ ਦੇ ਦੌਰਾਨ ਉਹਦੀ ਹੋਰ ਇਨਫੋਰਮੇਸ਼ਨ ਦਵਾਂਗੇ ਜੀ। ਪ੍ਰੋਗਰਾਮ ਦੇ ਦੌਰਾਨ ਆਪਾਂ ਬ੍ਰੇਕ ਦੇ ਵਿੱਚ ਨਾਲੇ ਤਾਂ ਜਿਹੜੀਆਂ ਮੁਦਰਾਵਾਂ ਨੇ, ਆਸਨ ਨੇ, ਕੁਝ ਜਿਹੜੀਆਂ ਵਿਧੀਆਂ ਨੇ, ਕਿਰਿਆਵਾਂ ਅੱਜ ਸਿਖਾਉਣੀਆਂ ਤੁਸੀਂ, ਉਹਦੇ ਵਿੱਚ ਵੀ ਆਪਾਂ ਅਨਾਉਂਸ ਕਰਦੇ ਜਾਵਾਂਗੇ ਕਿ ਜਿਹੜਾ ਯੂਥ ਫੈਸਟੀਵਲ ਹੋ ਰਿਹਾ ਉਹ ਬੱਚਿਆਂ ਦੇ ਲਈ, ਕਿ ਮੈਂ ਦਰਸ਼ਕਾਂ ਨੂੰ ਵੀ ਦੱਸ ਦਵਾਂ ਕਿ ਬੱਚਿਆਂ ਦੇ ਲਈ ਵੀ ਜਿਹੜਾ ਅੱਜ ਕੱਲ੍ਹ ਬੱਚਿਆਂ ਦੇ ਅੰਦਰ ਮਾਨਸਿਕ ਕਮਜ਼ੋਰੀ ਦਾ ਹੋਣਾ ਜਿਹੜਾ ਪਾਇਆ ਜਾ ਰਿਹਾ, ਜਿਹਦੇ ਵਿੱਚੋਂ ਆਪਾਂ ਕਹਿੰਦੇ ਆ ਕਿ ਬੱਚੇ ਜਿਹੜੇ ਆ ਉਹ ਗੇਮਿੰਗ ਡਿਸਆਰਡਰ ਦੀ ਗੱਲ ਕਰੀਏ ਤਾਂ ਬਹੁਤ ਸਾਰੀ ਜਿਹੜੀ ਆ ਇੰਟਰਨੈਟ ਦੇ ਉੱਪਰ ਆਪਣਾ ਟਾਈਮ ਲਗਾਉਂਦੇ ਆ। ਬੇਸ਼ੱਕ ਉਹਨਾਂ ਦੀ ਆਨਲਾਈਨ ਸਟੱਡੀ ਹੈ, ਲੇਕਿਨ ਕਈ ਚੀਜ਼ਾਂ ਕਰਕੇ ਬੱਚਿਆਂ ਦਾ ਜਿਹੜਾ ਮਾਨਸਿਕ ਜਾਂ ਬੌਧਿਕ ਉਤਪੰਨ ਹੋਣਾ ਜਾਂ ਉਹਦੇ ਵਿੱਚ ਹੋਰ ਚੀਜ਼ਾਂ ਦਾ ਵਾਧਾ ਹੋਣਾ ਉਹ ਕਿਤੇ ਨਾ ਕਿਤੇ ਠੱਲ ਪੈ ਰਹੀ ਹੈ। ਉਹਨਾਂ ਚੀਜ਼ਾਂ ਨੂੰ ਪੂਰਾ ਕਰਨ ਦੇ ਲਈ ਜਿਹੜੇ ਯੂਥ ਫੈਸਟੀਵਲ ਹੈ ਮਨਾਇਆ ਜਾ ਰਿਹਾ ਹੈ, ਉਹਦੇ ਬਾਰੇ ਵੀ ਅਸੀਂ ਦੱਸਦੇ ਰਹਾਂਗੇ। ਤੇ ਨਾਲੇ ਆਓ ਆਪਾਂ ਅੱਜ ਦੀ ਸ਼ੁਰੂਆਤ ਕਰਦੇ ਹਾਂ ਯੋਗਾ ਦੇ ਕੁਝ ਵਿਧੀਆਂ ਤੋਂ, ਕੁਝ ਆਸਨ ਤੋਂ। ਸੋ ਪਹਿਲੇ ਨੰਬਰ ਤੇ ਜੇ ਆਪਾਂ ਗੱਲ ਕਰੀਏ ਜਸਵਿੰਦਰ ਜੀ, ਜਦੋਂ ਯੋਗਾ ਦੀ ਕਲਾਸ ਦੇ ਵਿੱਚ ਪਹਿਲੀ ਵਾਰੀ ਕਿਸੇ ਨੇ ਵੀ ਮੰਨ ਲਓ ਬਿਲਕੁਲ ਜ਼ੀਰੋ ਤੋਂ ਸਟਾਰਟ ਕਰਨਾ ਹੋਵੇ ਤਾਂ ਕਿੱਥੋਂ ਅਸੀਂ ਗੱਲ ਕਰ ਸਕਦੇ ਹਾਂ ਕਿ ਯੋਗਾ ਦਾ ਇਹ ਪਹਿਲਾ ਤੇ ਮੂਲ ਆਸਨ? ਰਮਨ ਜੀ, ਸਭ ਤੋਂ ਪਹਿਲਾਂ ਤਾਂ ਯੋਗਾ ਹੈ ਕੀ? ਕਈਆਂ ਨੇ ਆਪਣੇ, ਕਿਉਂਕਿ ਆਪਣੇ ਪੰਜਾਬੀ ਕਮਿਊਨਿਟੀ, ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ ਯੋਗਾ ਇੱਥੋਂ ਪਹਿਲਾਂ ਆਪਾਂ ਸ਼ੁਰੂ ਕਰੀਏ ਕਿ 5000 ਸਾਲ ਪਹਿਲਾਂ ਇਹਦੀ ਜਿਹੜੀ ਸ਼ੁਰੂਆਤ ਸਾਡੇ ਰਿਸ਼ੀਆਂ ਮੁਨੀਆਂ ਨੇ ਆਪਣੇ ਉੱਥੇ ਭਾਰਤ ਵਰਸ਼ ਚੋਂ ਕੀਤੀ ਹੈਗੀ ਹੈ। ਔਰ ਯੋਗਾ ਦਾ ਜਿਹੜਾ ਮਤਲਬ ਕੀ ਹੈ, ਯੁਜ ਸੰਸਕ੍ਰਿਤ ਸ਼ਬਦ ਹੈ, ਉਹਦਾ ਮਤਲਬ ਹੈ ਮਨ, ਸਰੀਰ ਤੇ ਆਤਮਾ ਦਾ ਮਿਲਨ। ਤੇ ਯੋਗਾ ਦੇ ਨਾਲ ਅਸੀਂ ਆਪਣੇ ਸਰੀਰ ਨੂੰ ਤੰਦਰੁਸਤ ਰੱਖ ਸਕਦੇ ਹਾਂ, ਸਾਡਾ ਜਿਹੜਾ ਮਨ ਹੈ ਉਹ ਸ਼ਾਂਤ ਹੁੰਦਾ ਹੈ, ਠਹਿਰਾਵ ਚਾਹੁੰਦਾ ਹੈ, ਤੇ ਆਤਮਾ ਦੇ ਨਾਲ ਮਿਲਨ ਹੁੰਦਾ ਹੈ। ਅਸੀਂ ਆਪਣੇ ਅੰਦਰ ਜਿਹੜੀ ਹੈ ਉਹ ਵੀ ਝਾਤੀ ਮਾਰ ਸਕਦੇ ਹਾਂ। ਤੋ ਆਪਣੀ ਕਮਿਊਨਿਟੀ ਦੇ ਵਿੱਚ ਆਪਾਂ ਜਿੱਦਾਂ ਹੁਣ ਮੈਂ ਐਜ਼ ਅ ਡਾਕਟਰ ਮੈਂ ਦੇਖਿਆ ਆਪਣਾ ਖਾਣਾ ਪੀਣਾ ਬਹੁਤ ਵਧੀਆ, ਆਪਾਂ ਸ਼ੌਕੀਨ ਆ ਬਹੁਤ ਪੰਜਾਬੀ ਜਿਹੜੇ ਆ ਸਾਊਥ ਏਸ਼ੀਅਨ ਜਿਹੜੀ ਕਮਿਊਨਿਟੀ ਹੈ, ਅਸੀਂ ਕਾਫੀ ਅੱਛਾ ਖਾਣਾ ਪੀਣਾ ਪਸੰਦ ਕਰਦੇ ਹਾਂ। ਪਰ ਉਹਦੇ ਨਾਲ ਜਿਹੜੀ ਸਾਡੀ ਕਸਰਤ ਹੈ, ਜਿਹੜੀ ਸਾਡੀ ਉਹ ਇੰਨੀ ਨਹੀਂ ਹੁੰਦੀ, ਉਹਦੇ ਤੋਂ ਵਾਂਝਾ ਰਹਿ ਜਾਂਦਾ, ਉਹ ਤੋਂ ਅਸੀਂ ਵਾਂਝੇ ਰਹਿ ਜਾਂਦੇ ਹਾਂ। ਦੇਖੋ ਜਸਵਿੰਦਰ ਜੀ, ਕਿਸੇ ਦਾ ਕਸੂਰ ਵੀ ਨਹੀਂ ਹੈ, ਪਰ ਕਿਤੇ ਨਾ ਕਿਤੇ ਜਿਹੜੇ ਇਸ ਚੀਜ਼ ਨੂੰ ਜਿਵੇਂ ਕਹਿੰਦੇ ਆ ਕਿ ਕੋਸ਼ਿਸ਼ ਕਰਦੇ ਆ ਤਾਂ ਉਹ ਚੀਜ਼ ਦੇ ਵਿੱਚੋਂ ਬਾਹਰ ਨਿਕਲ ਸਕਦੇ ਆ। ਜਿਵੇਂ ਹੁਣ ਆਪਾਂ ਗੱਲ ਕਰੀਏ ਕਿ ਸਾਡੇ ਜਿਹੜੇ ਜਿੰਨੇ ਵੀ ਕੋਈ ਇਮੀਗ੍ਰੈਂਟਸ ਆਉਂਦੇ ਆ ਜਾਂ ਹੋਰ ਸਟੂਡੈਂਟਸ ਆ ਰਹੇ ਆ ਜਾਂ ਬਹੁਤ ਸਾਰੇ ਸਾਡੇ ਮਾਪੇ ਇੱਥੇ ਪਹੁੰਚਦੇ ਆ, 8-8 10-10 ਘੰਟੇ ਲਾਉਣ ਤੋਂ ਬਾਅਦ ਉਹ ਚਾਹ ਪਾਣੀ ਪੀ ਕੇ ਸੋਫਿਆਂ ਤੇ ਬੈਠ ਜਾਂਦੇ ਆ। ਉਸ ਤੋਂ ਬਾਅਦ ਰੋਟੀ ਦਾ ਟਾਈਮ ਹੋ ਜਾਂਦਾ, ਫਿਰ ਜਦੋਂ ਸਨੋ ਦੀ ਗੱਲ ਕਰੀਏ, ਸਨੋ ਦੇ ਟਾਈਮ ਉਹ ਬਾਹਰ ਨਹੀਂ ਨਿਕਲ ਸਕਦੇ। ਢਿੱਡ ਦਾ ਵਧਣਾ, ਮੋਟਾਪਾ ਜਿਹਨੂੰ ਕਹਿੰਦੇ ਆ, ਸ਼ੂਗਰ ਜਾਂ ਬਲੱਡ ਪ੍ਰੈਸ਼ਰ ਵਰਗੀਆਂ ਨਾਮੁਰਾਦ ਬਿਮਾਰੀਆਂ ਹੋਣੀਆਂ, ਇਹ ਸੁਭਾਵਿਕ ਹੈ। ਪਰ ਕਿਵੇਂ ਬਚ ਸਕਦੇ ਆ ਅੱਜ ਤੁਸੀਂ ਹਾਂ, ਉਹੀ ਅਸੀਂ ਜਿੱਦਾਂ ਆਪਾਂ ਇੰਗਲਿਸ਼ ਚ ਕਹਾਵਤ ਹੈ ਨਾ ਕਿ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ। ਇਹ ਤੁਸੀਂ ਤਿੰਨ ਜਿਹੜੀਆਂ ਬਿਮਾਰੀਆਂ ਦੇ ਨਾਮ ਲਏ ਨੇ ਨਾ, ਇਹਨਾਂ ਨੂੰ ਅਸੀਂ ਅੰਗਰੇਜ਼ੀ ਚ ਲਾਈਫ ਸਟਾਈਲ ਡਿਜ਼ੀਜ਼ਸ ਕਹਿੰਦੇ ਆ, ਕਿ ਜਿੱਦਾਂ ਦਾ ਸਾਡਾ ਰਹਿਣ ਸਹਿਣ ਹੈ ਨਾ, ਇਹ ਉਹਦੇ ਨਾਲ ਪੈਦਾ ਹੁੰਦੀਆਂ। ਤੇ ਜੇ ਅਸੀਂ ਥੋੜਾ ਜਿਹਾ ਉੱਥੇ ਆਪਣੇ ਉਹਦੇ ਪ੍ਰਤੀ ਜਾਗਰੂਕ ਹੋ ਜਾਈਏ ਕਿ ਆਪਣੇ ਰਹਿਣ ਸਹਿਣ ਦੇ ਵਿੱਚ ਕਸਰਤ ਨੂੰ ਲੈ ਆਈਏ ਆਪਣਾ, ਔਰ ਆਪਣੇ ਖਾਣ ਪੀਣ ਦੇ ਵਿੱਚ ਥੋੜਾ ਜਿਹਾ ਧਿਆਨ ਦਈਏ, ਤੇ ਥੋੜੀ ਜਿਹੀ ਜਾਗਰੂਕਤਾ ਆ ਜਾਏਗੀ ਤਾਂ ਅਸੀਂ ਇਹਦੇ ਤੋਂ ਬਚ ਸਕਦੇ ਹਾਂ। ਤੇ ਯੋਗਾ ਦੇ ਵਿੱਚ ਜਿੱਦਾਂ ਤੁਸੀਂ ਕਿਹਾ ਕਿ ਜਿਹੜਾ ਬਿਗਿਨਰ ਹੈ, ਜਿਹਨੇ ਸ਼ੁਰੂ ਕਰਨਾ ਹੈ ਨਾ, ਬਹੁਤ ਸੌਖਾ ਹੈ। ਆਪਾਂ ਅੱਜ ਪ੍ਰੈਕਟੀਕਲੀ ਕਰਕੇ ਦੇਖਦੇ ਹਾਂ। ਤੇ ਸਭ ਤੋਂ ਪਹਿਲਾਂ ਇਹ ਕਿ ਅਸੀਂ ਕੋਈ ਵੀ ਯੋਗਾ ਦਾ ਆਸਨ ਆਪਾਂ ਸ਼ੁਰੂ ਕਰਨਾ, ਅਸੀਂ ਵਾਰਮ ਅਪ ਕਰਦੇ ਹਾਂ, ਹੈ ਨਾ। ਉਹਦੇ ਵਿੱਚ ਆਪਾਂ ਸ਼ੁਰੂ ਕਰਦੇ ਹਾਂ। ਮੈਂ ਤੁਹਾਨੂੰ, ਤੁਸੀਂ ਜਿੱਥੇ ਵੀ ਹੋ ਆਪਣੀ ਜਗ੍ਹਾ ਤੇ ਪਹਿਲਾਂ ਵਾਰਮ ਅਪ ਹੋਣ ਦੇ ਵਾਸਤੇ ਉਹ ਦੇਖੋ, ਆਪਾਂ ਨੂੰ ਸੈਰ ਕਰਨ ਦੇ ਲਈ ਜ਼ਰੂਰ, ਕਿਉਂਕਿ ਇਹ ਜਿਹੜੀ ਸਰੀਰ ਹੈ ਨਾ, ਇਹ ਤੁਸੀਂ ਦੇਖੋ ਜੇ ਤੁਸੀਂ ਆਫਿਸ 'ਚ ਹੈਗੇ ਹੋ, ਕਿਤੇ ਵੀ ਹੋ, ਤਾਂ ਤੁਸੀਂ ਬੈਠੇ ਰਹਿੰਦੇ ਹੋ ਪੂਰਾ ਦਿਨ, ਹੈ ਨਾ। ਤੇ ਉਹਨੂੰ ਸਰੀਰ ਨੂੰ ਅਸੀਂ ਹਰਕਤ 'ਚ ਲਿਆਉਣਾ, ਸਿੰਪਲ, ਤਾਂ ਕਿ ਸਾਡੇ ਜਿਹੜੀਆਂ ਨਸਾਂ ਦੇ ਵਿੱਚ ਜਿਹੜਾ ਸਾਡਾ ਬਲੱਡ ਸਰਕੂਲੇਸ਼ਨ ਹੈ ਉਹ ਵਧੀਆ ਹੋਵੇ ਜੀ। ਇੱਕ ਮਾਫ ਕਰਨਾ, ਮੈਂ ਦਰਸ਼ਕਾਂ ਨੂੰ ਦੱਸ ਦਵਾਂ ਕਿ ਜਿਹੜੇ ਜਸਮਿੰਦਰ ਵਿਰਕ ਜੀ ਅੱਜ ਸਾਡੇ ਸਟੂਡੀਓ ਦੇ ਵਿੱਚ ਤੁਹਾਨੂੰ ਯੋਗਾ ਤੇ ਮੈਡੀਟੇਸ਼ਨ ਦੇ ਬਾਰੇ ਦੱਸਣ ਆਏ ਨੇ। ਇਹਨਾਂ ਤੋਂ ਬਾਅਦ ਇੱਕ ਹੋਰ ਸਾਡੇ ਨਾਲ ਨੁਮਾਇੰਦੇ ਆਏ ਨੇ, ਉਹਨਾਂ ਨਾਲ ਵੀ ਤੁਹਾਡੀ ਮੁਲਾਕਾਤ ਕਰਵਾਵਾਂਗੇ। ਜਸਮਿੰਦਰ ਜੀ ਬਾਰੇ ਦੱਸ ਦਵਾਂ, ਇਹ ਖੁਦ ਇੱਕ ਡਾਕਟਰ ਨੇ ਔਰ ਇਹਨਾਂ ਦੀ ਇੰਡੀਆ ਤੋਂ, ਭਾਰਤ ਤੋਂ ਇਹਨਾਂ ਦੀ MBBS ਹੈ ਔਰ ਇੱਥੇ ਵੀ ਪ੍ਰੈਕਟਿਸ ਕਰ ਰਹੇ ਐਜ਼ ਡਾਕਟਰ। ਸੋ ਇੱਥੇ ਮੈਂ ਹਲੇ ਲਾਇਸੈਂਸ ਲੈਣਾ ਐਜ਼ ਅ ਡਾਕਟਰ। ਜਿਹੜਾ ਤੁਸੀਂ ਯੋਗਾ ਦਾ ਯੋਗਾ ਦਾ ਮੈਂ ਪ੍ਰੀਵੈਂਸ਼ਨ ਦਾ ਇੱਥੇ
ਪੂਰਾ ਕਰ ਰਹੀ ਜੀ ਹਾਂ। ਸੋ ਯੋਗਾ ਦੇ ਡਾਕਟਰ ਦੇ ਤੌਰ ਤੇ ਅੱਜ ਸਾਡੇ ਸਟੂਡੀਓ ਦੇ ਵਿੱਚ ਹੈਗੇ ਨੇ ਔਰ ਅਸੀਂ ਆਸ ਵੀ ਕਰਦੇ ਹਾਂ ਔਰ ਇਹਨਾਂ ਨੂੰ ਦੁਆ ਵੀ ਕਰਦੇ ਹਾਂ ਕਿ ਜਲਦੀ ਇਹਨਾਂ ਦਾ ਲਾਇਸੈਂਸ ਕਲੀਅਰ ਹੋਵੇ। ਥੈਂਕ ਯੂ। ਤੇ ਦੇਖੋ ਵਾਰਮ ਅਪ ਜਿਹੜਾ ਨਾ ਤੁਸੀਂ ਜਿੱਥੇ ਵੀ ਆਪਣੇ ਘਰ ਦੇ ਵਿੱਚ ਜਦੋਂ ਟਾਈਮ ਮਿਲੇ ਥੋੜਾ ਤੁਸੀਂ ਜੋਗਿੰਗ, ਆਪਾਂ ਇਹਨੂੰ ਸਪੌਟ ਜੋਗਿੰਗ ਕਹਿੰਦੇ ਹਾਂ, ਹੈ ਨਾ। ਤੇ ਤੁਸੀਂ ਜੇ ਹੁਣ ਦਰਸ਼ਕ ਮੇਰੇ ਨਾਲ ਕਰ ਸਕਦੇ ਨੇ ਤਾਂ ਆਪਾਂ ਥੋੜੀ ਜੋਗਿੰਗ ਕਰਾਂਗੇ। ਇਹਦੇ ਵਿੱਚ ਤੁਸੀਂ ਸੈਰ ਲਈ ਜ਼ਰੂਰ ਜਾਓ। ਆਪਣਾ ਕੈਨੇਡਾ ਦੇ ਵਿੱਚ ਤੇ ਇੰਨਾ ਵਧੀਆ ਵਾਤਾਵਰਣ ਹੈ ਤੇ ਸੈਰ ਲਈ ਜਾਣਾ ਚਾਹੀਦਾ। ਤੁਹਾਨੂੰ ਆਪਣੇ ਸਰੀਰ ਨੂੰ ਹਰਕਤ ਚ ਲਿਆਉਣਾ ਹੈ ਨਾ। ਹੁਣ ਆਪਾਂ ਥੋੜਾ ਜਿਹਾ ਕੁਝ ਕਰਕੇ ਦੇਖਦੇ ਹਾਂ। ਆਪਾਂ ਹੁਣ ਪੱਬਾਂ ਪੈਰ ਤੁਰਨਾ ਹੈ ਥੋੜਾ, ਠੀਕ ਹੈ, ਪੰਜਿਆਂ ਦੇ ਹਾਂ ਪੰਜਿਆਂ ਦੇ ਉੱਪਰ ਪੱਬਾਂ ਪੈਰ ਤੁਰਾਂਗੇ। ਫਿਰ ਆਪਾਂ ਆਪਣੀ ਅੱਡੀਆਂ ਦੇ ਉੱਪਰ ਸੇ ਯੋਗਾ ਤੋਂ ਪਹਿਲਾਂ ਇਹ ਜ਼ਰੂਰੀ ਹੈ ਵਾਰਮ ਅਪ, ਸਰੀਰ ਨੂੰ ਹਰਕਤ ਚ ਲਿਆਉਣਾ ਬਹੁਤ ਜ਼ਰੂਰੀ ਹੈ। ਇਹ ਬਹੁਤ ਜ਼ਿਆਦਾ ਜ਼ਰੂਰੀ ਹੈ। ਥੋੜਾ ਤੁਸੀਂ ਦੇਖੋ ਆਪਣੀ ਜਿਹੜੇ ਪੈਰ ਨੇ ਉਹਨਾਂ ਦੀਆਂ ਸਾਈਡਾਂ ਤੇ ਉਹਨਾਂ ਦੇ ਅੰਦਰ ਫਿਰ ਤੁਸੀਂ ਥੋੜਾ ਆਪਣੇ ਸਰੀਰ ਨੂੰ ਹਰਕਤ ਚ ਲਿਆਓ। ਫਿਰ ਪੂਰਾ ਭਾਰ ਇੱਕ ਪੈਰ ਤੇ ਦੂਸਰੇ ਪੈਰ ਤੇ, ਫਿਰ ਇੱਕ ਪੈਰ ਤੇ ਦੂਸਰੇ ਪੈਰ ਤੇ ਔਰ ਥੋੜਾ ਹੱਥਾਂ ਨੂੰ ਹਿਲਾਓ। ਆਪਣਾ ਮਤਲਬ ਪੂਰਾ ਸਰੀਰ। ਅਸੀਂ ਦੇਖੋ ਰਾਤ ਨੂੰ ਸੌਂਦੇ ਆ ਫਿਰ ਕੁਰਸੀ ਤੇ ਬੈਠੇ ਰਹਿੰਦੇ ਆ ਤੇ ਫਿਰ ਆਪਣੀ ਹਰਕਤ ਚ ਲਿਆਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸਿੰਪਲ ਐਕਸਰਸਾਈਜ਼ ਆਪਣੇ ਹੱਥ ਇੱਦਾਂ ਰੱਖ ਲਓ ਔਰ ਜਿਵੇਂ ਤੁਸੀਂ ਦੇਖੋਗੇ ਆਪਣੇ ਆਪ ਤੁਹਾਨੂੰ ਬਹੁਤ ਅੱਛਾ ਮਹਿਸੂਸ ਹੋਵੇਗਾ। ਔਰ ਇਹਦੇ ਨਾਲ ਇਹ ਵੀ ਆਪਾਂ ਕਰ ਸਕਦੇ ਕਿ ਜੇ ਆਪਣੇ ਕਿਤੇ ਸਨੋ ਪੈ ਰਹੀ ਹੈ ਜਾਂ ਵੈਦਰ ਖਰਾਬ ਆ ਤਾਂ ਤੁਸੀਂ ਘਰ ਦੇ ਵਿੱਚ ਵੀ ਐਕਸਰਸਾਈਜ਼ ਇਹ ਸਾਰਾ ਕੁਝ ਆਪਾਂ ਆਪਣੇ ਘਰ ਦੇ ਅੰਦਰ ਇੱਕ ਤੁਸੀਂ ਆਪਣੇ ਕਮਰੇ ਦੇ ਵਿੱਚ ਜਗ੍ਹਾ ਬਣਾ ਕੇ ਇੱਕ ਯੋਗਾ ਮੈਟ ਜਾਂ ਕਾਰਪੇਟ ਤੇ ਤੁਸੀਂ ਆਪਣਾ ਆਰਾਮ ਨਾਲ ਕਰ ਸਕਦੇ ਹੋ। ਬਿਲਕੁਲ ਠੀਕ। ਤੇ ਅਸੀਂ ਹੁਣ ਦੇਖੋ ਜਿਹੜਾ ਵੀ ਤੁਹਾਡਾ ਸਰੀਰ, ਸਭ ਤੋਂ ਪਹਿਲਾਂ ਨਾ ਜਿਹੜਾ ਤੁਹਾਡਾ ਪੋਸਚਰ ਹੈ ਉਹਦੀ ਅਲਾਈਨਮੈਂਟ ਬਹੁਤ ਜ਼ਰੂਰੀ ਹੈ। ਤੁਸੀਂ ਦੇਖੋ ਕਿ ਤੁਸੀਂ ਇਦਾਂ ਕੁੱਬ ਕੱਢ ਕੇ ਤਾਂ ਨਹੀਂ ਤੁਰ ਰਹੇ, ਤੁਸੀਂ ਖੜੇ ਕਿਸ ਤਰ੍ਹਾਂ ਹੋ, ਤੁਸੀਂ ਬੈਠਦੇ ਵੀ ਹੋ ਕੁਰਸੀ ਤੇ ਆਪਣੇ ਪੋਸਚਰ ਨੂੰ ਚੈੱਕ ਕਰੋ। ਕਿਉਂਕਿ ਜਦੋਂ ਅਸੀਂ ਆਪਣੇ ਸਰੀਰ ਨੂੰ ਧਿਆਨ ਨਹੀਂ ਦਿੰਦੇ ਤਾਂ ਫਿਰ ਇਹ ਲਾਜ਼ਮੀ ਹੈ ਕਿ ਸਰੀਰ ਵਿਚਾਰਾ ਉਹ ਸੋਚਦਾ ਵੀ ਬੰਦਾ ਮੇਰੇ ਤੋਂ ਕੰਮ ਲਈ ਜਾਂਦਾ, ਮੇਰਾ ਧਿਆਨ ਨਹੀਂ, ਮੇਰੇ ਵੱਲ ਤਾਂ ਧਿਆਨ ਨਹੀਂ। ਜਿਵੇਂ ਕਿ ਮਸ਼ੀਨਰੀ ਨੂੰ ਜਦੋਂ ਆਪਾਂ ਵਰਤਦੇ ਹਾਂ ਤੇ ਉਹਦੇ ਤੇਲ ਪਾਣੀ ਜਿਹੜਾ ਚੈੱਕ ਕਰਨਾ ਬਹੁਤ ਜ਼ਰੂਰੀ ਹੈ। ਉਹ ਆਪਾਂ ਜ਼ਰੂਰ ਕਰਵਾਉਣੀ ਆ, ਟਾਇਰ ਚੇਂਜ ਕਰਵਾਉਣੀ ਆ ਕਾਰ ਦੇ। ਇਸ ਕਰਕੇ ਥੋੜਾ ਸਰੀਰ ਵੱਲ ਧਿਆਨ ਦਿਓ। ਤੁਹਾਡਾ ਪੋਸਚਰ ਠੀਕ ਹੈ, ਸ਼ੋਲਡਰ ਦੇਖੋ ਤੁਹਾਡੇ ਰਿਲੈਕਸਡ ਹੈ। ਆਪਣੇ ਨੂੰ ਆਪਾਂ ਤਾੜ ਆਸਨ ਕਹਿੰਦੇ ਆ। ਏਦਾਂ ਦੋਨੋਂ ਹੱਥ ਸਾਈਡ ਤੇ, ਤੁਹਾਡੀ ਜਿਹੜੀ ਰੀੜ੍ਹ ਦੀ ਹੱਡੀ ਸਿੱਧੀ, ਚਿਹਰੇ ਤੇ ਮੁਸਕਾਨ। ਦੇਖੋ ਤੁਹਾਡੇ ਜਿਹੜੇ ਮੋਢੇ ਨੇ ਉਹ ਬਿਲਕੁਲ ਰਿਲੈਕਸਡ ਹੋਣੇ ਚਾਹੀਦੇ। ਇੱਕ ਲੰਮਾ ਸਾਹ ਲਓ और छाट दो। एक और लंबा साह लो और छाट दो। और ਹੁਣ ਅਸੀਂ ਦੇਖੋ ਸਿਰ ਤੋਂ ਲੈ ਕੇ ਪੈਰਾਂ ਤੱਕ ਜਿਹੜੇ ਤੁਸੀਂ ਦੇਖੋਗੇ ਕਿ ਬਹੁਤ ਸਾਰੇ ਜੋੜ ਨੇ। ਜਿੱਦਾਂ ਹੁਣ ਕਈਆਂ ਨੂੰ ਜੋੜਾਂ ਦੀ ਤਕਲੀਫ ਹੋ ਜਾਂਦੀ ਹੈ, ਆਰਥਰਾਈਟਿਸ ਦੀ, ਉਹ ਇਹੀ ਹੈ ਕਿ ਅਸੀਂ ਉਹਨਾਂ ਨੂੰ ਹਰਕਤ 'ਚ ਨਹੀਂ ਲਿਆ ਰਹੇ ਹੈ ਨਾ। ਤੇ ਇਸ ਬੜੇ ਸਿੰਪਲ ਯੋਗਾ ਦੇ ਆਸਨਸ ਨੇ। ਜੇ ਅਸੀਂ 10-15 ਮਿੰਟ ਵੀ ਰੋਜ਼ ਇਹ ਕਰੀਏ ਤੁਸੀਂ ਆਪਣੇ ਆਪ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾ ਸਕਦੇ ਹੋ, ਹੈ ਨਾ। ਤੇ ਆਪਾਂ ਸ਼ੁਰੂ ਕਰਾਂਗੇ ਥੋੜਾ ਜਿਹਾ ਆਪਣੇ ਸਿਰ 'ਚ ਤੁਹਾਨੂੰ ਯਾਦ ਹੋਊਗਾ ਕਿ ਤੇਲ ਚੱਸਦੇ ਹੈ ਨਾ, ਉਹ ਥੋੜਾ ਜਿਹਾ ਤੁਸੀਂ ਆਪਣੇ ਸਿਰ ਨੂੰ, ਕਿਉਂਕਿ ਇੱਥੇ ਸਿਰ ਦੇ ਵਿੱਚ ਬਹੁਤ ਸਾਰੀਆਂ ਨਰਵ ਐਂਡਿੰਗਸ ਨੇ ਔਰ ਉਹਨਾਂ ਨੂੰ ਤੁਸੀਂ ਸਟਿਮੂਲੇਟ ਕਰਦੇ ਹੋ ਤੇ ਆਪਣੇ ਸਿਰ ਨੂੰ ਚੱਸੋ। ਉਸ ਤੋਂ ਬਾਅਦ ਆਪਣੇ ਮੱਥੇ ਤੇ ਪੂਰਾ ਜਿਹੜੇ ਆਪਣੇ ਕਰਵੱਟੇ ਨੇ ਉਹਨਾਂ ਨੂੰ, ਇਹਦੇ ਨਾਲ ਤੁਸੀਂ ਦੇਖੋਗੇ ਜਿਨ੍ਹਾਂ ਨੂੰ ਮਾਈਗ੍ਰੇਨ ਦੀ ਤਕਲੀਫ ਹੈ, ਸਿਰ ਦਰਦ ਰਹਿੰਦਾ ਹੈ, ਥੋੜਾ ਜਿਹਾ ਸਿਰਫ ਗੋਲੀਆਂ ਤੇ ਤੁਸੀਂ ਆਪਣੀ ਦਵਾਈ ਤੇ ਉਹਦੇ ਤੇ ਪੂਰਾ ਭਰੋਸਾ ਨਹੀਂ, ਆਪਣੇ ਆਪ ਨੂੰ ਕਿੱਦਾਂ ਉਸ ਤੋਂ ਬਚਾ ਸਕਦੇ ਹੋ ਉੱਥੇ ਧਿਆਨ ਦਿਓ, ਠੀਕ ਹੈ। ਆਪਣੇ ਕੰਨ ਜਿਹੜੇ ਨੇ ਉਹਨਾਂ ਨੂੰ ਥੋੜਾ ਜਿਹਾ ਖਿੱਚੋ। ਇਸ ਤੋਂ ਪਹਿਲਾਂ ਕਿ ਕੋਈ ਹੋਰ ਖਿੱਚੇ ਤੁਸੀਂ ਆਪਣੇ ਕੰਨ ਖਿੱਚੋ ਤਾਂ ਕਿ ਤੁਸੀਂ ਠੀਕ ਰਹੋ। ਸੋਚੋ ਕਿ ਮੈਂ ਜਾਗ ਰਿਹਾ, ਆਪਣਾ ਕੰਮ ਸਹੀ ਕਰ ਰਿਹਾ। ਔਰ ਥੋੜਾ ਫੇਸ ਨੂੰ ਮਸਾਜ ਕਰੋ। ਔਰ ਜਿਹੜੀ ਤੁਹਾਡੀ ਜ਼ੁਬਾਨ ਹੈ ਉਹਦੇ ਵਾਸਤੇ ਬੱਚੇ ਆਮ ਕਰਦੇ ਨੇ ਪਰ ਇਹ ਇੱਕ ਤਰ੍ਹਾਂ ਦਾ ਆਸਨ ਹੈ। ਆਪਣੇ ਇੱਥੇ अपनी गर्दन पिछे। और तुसी देखिया होगा कि जिन्ना ज्यादा तनाव है तुसी सारे ने महसूस किया होना साडे मोढियां दे विच जमा हुंदा है। ते तुसी अपने मोढियां नू
थोड़ा जा रिलैक्स करो। और ਇਹਦੇ ਵਿੱਚ ਯੋਗਾ ਦੇ ਵਿੱਚ ਇੱਕ ਹੈ ਕਿ ਸਾਹ ਦੇ ਨਾਲ ਇਹ ਆਟੋਮੈਟਿਕਲੀ ਸਾਹ ਅੰਦਰ ਅਸੀਂ ਖਿੱਚਦੇ ਹਾਂ ਔਰ ਬਾਹਰ ਛੱਡਦੇ ਹਾਂ। ਇੱਕ ਥੰਬ ਰੂਲ ਹੈ, ਜਦੋਂ ਵੀ ਸਰੀਰ ਜਿਹੜਾ ਉਹ ਐਕਸਪੈਂਡ ਕਰਦਾ ਹੈ ਤਾਂ ਅਸੀਂ ਸਾਹ ਅੰਦਰ ਲੈਂਦੇ ਹਾਂ, ਉਹਦੇ ਨਾਲ ਸਰੀਰ ਐਕਸਪੈਂਡ ਹੁੰਦਾ ਹੈ, ਔਰ ਜਦੋਂ ਅਸੀਂ ਸਾਹ ਬਾਹਰ ਕੱਢਦੇ ਹਾਂ ਸਰੀਰ ਕੰਟਰੈਕਟ ਹੁੰਦਾ ਹੈ। ਇਹ ਵਿਦ ਪ੍ਰੈਕਟਿਸ, ਜਿੱਦਾਂ ਤੁਸੀਂ ਪ੍ਰੈਕਟਿਸ ਕਰੋਗੇ ਤੁਹਾਨੂੰ ਆਪ ਨੂੰ ਮਹਿਸੂਸ ਹੋਏਗਾ। ਤੇ ਅੱਧਾ ਸਰਕਲ ਸਾਹ ਲਓ, ਅੱਧਾ ਸਰਕਲ ਸਾਹ ਛੱਡੋ। ਮੋਢਿਆਂ ਨੂੰ ਪਹਿਲਾਂ ਪਿੱਛੇ ਤੇ ਫਿਰ ਬਾਅਦ ਦੇ ਵਿੱਚ ਅੱਗੇ ਉਹਨੂੰ, ਹਾਂ ਇਹਨੂੰ ਆਪਾਂ ਕਹਿੰਦੇ ਆ ਕਲੌਕਵਾਈਜ਼ ਔਰ ਐਂਟੀ ਕਲੌਕਵਾਈਜ਼। ਤੁਸੀਂ ਦੇਖੋਗੇ ਇਹਦੇ ਨਾਲ ਤੁਹਾਡੇ ਜਿਹੜੇ ਨੇ ਮੋਢੇ ਜਿਹੜੇ ਨੇ, ਤੁਸੀਂ ਇੱਥੇ ਪਿੱਛੇ ਸਕੈਪੂਲਾ ਬੋਨ ਹੁੰਦੀ ਹੈ ਉਹ ਇਦਾਂ ਇਦਾਂ ਹਿਲਦੀ ਹੈ, ਉਹਦੀ ਕਸਰਤ ਹੁੰਦੀ ਹੈ। ਔਰ ਇੱਕ ਹੋਰ ਆਸਨ ਹੈ, ਇਹਦੇ ਵਿੱਚ ਵੀ ਆਪਾਂ ਸਟ੍ਰੈਸ ਨੂੰ ਬਾਹਰ ਕੱਢਦੇ ਆ, ਤਣਾਅ ਨੂੰ। ਕਿੱਦਾਂ? ਸਾਹ ਲਓ, ਉਹਨੂੰ ਰੋਕੋ ਔਰ ਅਸੀਂ ਸਾਹ ਬਾਹਰ ਕੱਢਾਂਗੇ ਮੂੰਹ ਰਾਹੀਂ ਹਾਂ ਕਹਿ ਕੇ, ਹਾਂ। ਇੱਕਦਮ ਤੁਸੀਂ ਕਰੋ। ਹਾਂਜੀ, ਇੱਕ ਵਾਰੀ ਫਿਰ ਸਾਹ ਲਓ, ਰੋਕੋ, ਹਾਂ। ਇੱਕ ਵਾਰੀ ਫਿਰ ਸਾਹ ਲਓ, ਹਾਂ। ਔਰ ਜਿੱਦਾਂ ਮੈਂ ਕਿਹਾ ਸੀ ਅਸੀਂ ਸਿਰ ਤੋਂ ਸ਼ੁਰੂ ਹੋ ਕੇ ਪੈਰਾਂ ਤੱਕ ਜਾਵਾਂਗੇ। ਹੁਣ ਦੇਖੋ ਤੁਹਾਡੀਆਂ ਕਲਾਈਆਂ ਜਿਹੜੀਆਂ ਨੇ ਇੱਥੇ ਜੋੜ ਨੇ, ਆਹ ਛੋਟੇ ਛੋਟੇ ਜੋੜ ਨੇ ਹੱਥਾਂ ਦੇ ਵਿੱਚ, ਤੇ ਇਹਨਾਂ ਦੇ ਵਿੱਚ ਤੁਸੀਂ ਏਦਾਂ ਆਪਣੀਆਂ ਸਿੱਧੀਆਂ ਬਾਹਾਂ ਸਿੱਧੀਆਂ ਹੋਣੀਆਂ ਚਾਹੀਦੀਆਂ, ਮੁੜੀਆਂ ਨੇ। ਦੂਸਰੀ ਸਾਈਡ ਨਾਲ ਤਾਂ ਤੁਹਾਡਾ ਧਿਆਨ ਜਿਹੜਾ ਸਾਹ ਦੇ ਉੱਪਰ, ਔਰ ਹੱਥਾਂ ਨੂੰ ਖੋਲੋ ਬੰਦ ਕਰੋ, ਖੋਲੋ ਬੰਦ ਕਰੋ, ਉੱਪਰ ਨੀਚੇ ਸਾਈਡ ਤੇ। और फिर एक साह भरांगे, रुकांगे और छड्डे हुए हा हा हा। तुसी देखोगे ਤੁਹਾਡੇ ਅੰਦਰ ਇੱਕਦਮ ਇੱਕ स्फूर्ति ਦੀ ਲਹਿਰ, ਇੱਕ ਊਰਜਾ ਤੁਹਾਡੇ ਅੰਦਰ ਆਉਗੀ ਕਿ ਸਾਰਾ ਤਣਾਅ ਜਿਹੜਾ ਉਹ ਬਾਹਰ ਨਿਕਲ ਰਿਹਾ ਹੈ। ਔਰ ਇਸ ਤੋਂ ਬਾਅਦ ਅਸੀਂ ਤੁਸੀਂ ਆਪਣਾ ਜਿਹੜਾ अपने ਜਿਹੜੀ ਕਮਰ ਹੈ ਇਹਨੂੰ ਤੁਸੀਂ ਜੇ ਕਿਸੇ ਅੰਗੂਠੇ ਔਰ ਆਪਣੇ ਹੱਥਾਂ ਦੇ ਨਾਲ ਉਹਨੂੰ ਚੰਗੀ ਤਰੀਕੇ ਦੇ ਨਾਲ ਫੜ ਲਓ, ਤੇ ਜੇ ਕਿਸੇ ਨੂੰ ਲੋੜ ਹੈ ਤਾਂ ਉਹ ਦੀਵਾਰ ਦੀ ਵੀ ਸਹਾਰਾ ਲੈ ਸਕਦੇ ਨੇ। ਤੇ ਆਪਾਂ ਆਪਣੇ ਹੁਣ ਦੇਖੋ ਜਿਹੜਾ ਤੁਹਾਡਾ ਆਹ ਪੈਰ ਦਾ ਇਹਨੂੰ ਤੁਸੀਂ ਏਦਾਂ ਰੋਟੇਟ ਕਰਨਾ ਹੈ ਦੂਸਰੇ ਪਾਸੇ, ਔਰ ਫਿਰ ਕਿਕ। ਇਹਦੇ ਵਿੱਚ ਦੇਖੋ ਤੁਹਾਡਾ ਜਿਹੜਾ ਗੁੱਡ ਹੈ ਉਹਦੀ ਮੂਵਮੈਂਟ ਹੋ ਰਹੀ ਹੈ, ਤੁਹਾਡੇ ਪੈਰ ਦੀ ਮੂਵਮੈਂਟ ਹੋ ਰਹੀ ਹੈ, ਪੈਰ ਦੇ ਵਿੱਚ ਜੋੜ ਨੇ ਕਿੰਨੇ ਸਾਰੇ ਨਾ। ਫਿਰ दूसरी साइड क्लॉकवाइज और एंटी क्लॉकवाइज किक करो, और पूरी किक भी कर सकते हो तुसी उदा ही दूसरी साइड पे। देखो ਇਹਦੇ ਨਾਲ ਕੀ ਹੈ ਕਿ ਸਾਡਾ ਅਸੀਂ ਪੂਰਾ ਆਪਣੇ ਸਰੀਰ ਦੇ ਉੱਪਰ ਜਿਹੜਾ ਹੈਗਾ ਉਹ ਕੰਮ ਕੀਤਾ ਹੈ, और ਇਹਦੇ ਨਾਲ ਤੁਸੀਂ ਦੇਖੋਗੇ कि बहुत ज्यादा रिलैक्सेशन है वो मिलेगी, है ना। और ये तो आपका वार्म अप, ये सिर्फ एक छोटा जिहा वार्म अप है। ਤੁਸੀਂ सैर करो, अपने शरीर ਨੂੰ ਹਰਕਤ ਚ ਲਿਆਓ, ਥੋੜਾ ਜਿਹਾ ਇਹ ਵਾर्म अप ਕਰੋ। ਉਸ ਤੋਂ ਬਾਅਦ ਕੁਝ ਸਟ੍ਰੈਚਸ ਨੇ ਜਿਨ੍ਹਾਂ ਨੂੰ ਆਪਾਂ ਕਰਦੇ ਹਾਂ। ਆਪਣੇ ਦੋਨਾਂ ਪੈਰਾਂ ਦੇ ਵਿੱਚ 2-3 पैरों का अंतर रखो और दोनों हाथ ऊपर ले जाओ। एक लंबा सा लो, और हुण खब्बा हाथ खब्बी बांह थल्ले ले आओ। और हुण तुसी देखना है कि जिद्दां तुसी साह ले रहे हो ये थोड़ी बांह होर ऊपर जा रही है। साह लो, इस बांह को ऊपर करो और ये वाली बांह थल्ले जा रही है। और साह लेंदे हुए अपने सज्जे हाथ वल देखो, साह लो ते छड्डो। इत्थे इस साइड ਤੁਹਾਨੂੰ बहुत स्ट्रेच महसूस होएगा, ਤੁਹਾਨੂੰ बहुत राहत मिलेगी। साह लो, सामने देखो और अपना जी बांह उठा ले लो। ਜਿਹੜੇ ਦਰਸ਼ਕ ਸਾਡੇ ਨਾਲ ਕਰ ਰਹੇ ਨੇ ਹੁਣ ਤੁਸੀਂ ਇਹ ਦੇਖਣਾ ਕਿ ਤੁਹਾਨੂੰ ਕਿਹੜੀ ਪਾਸਾ ਜਿਹੜਾ ਉਹ ਹਲਕਾ ਲੱਗ ਰਿਹਾ ਹੈ। ਸੱਜਾ ਪਾਸਾ ਹਲਕਾ ਲੱਗ ਰਿਹਾ ਹੈ ਕਿ ਖੱਬਾ ਪਾਸਾ। ਤੇ ਜਿਨ੍ਹਾਂ ਨੇ ਕੀਤਾ ਮੇਰੇ ਨਾਲ ਉਹ ਦੱਸ ਸਕਦੇ ਨੇ ਕਿ ਸੱਜਾ ਪਾਸਾ ਹਲਕਾ ਹੈ ਕਿਉਂਕਿ ਅਸੀਂ ਇਸ ਸਾਈਡ ਨੂੰ ਸਟ੍ਰੈਚ ਕੀਤਾ ਹੈ ਨਾ। ਔਰ ਆਪਾਂ ਉਹੀ ਫਾਇਦਾ ਇਸ ਪਾਸੇ ਲੈਣੇ ਆ, ਆਪਾਂ ਦੋਨੋਂ ਹੱਥ ਉੱਪਰ ਲੈ ਜਾ ਸਕਦੇ ਹਾਂ।
और हुण आपां सज्जा बांह थल्ले और साह लवांगे और इस बांह नूं सीधी करांगे। शोल्डर साडे मोटे रिलैक्स ने, चेहरे ते मुस्कान है। जसविंदर जी, मैनूं लगदा ना दर्शकों को यही लगता होना कि भी रमन तो बैठा है ते डॉक्टर जसविंदर करके दिखा रहे हैं, पर मैं दर्शकों को दस दवां कि भी ਤੁਹਾਨੂੰ ਇੱਕ ਅੱਜ ਜਿਹੜਾ ਮੌਕਾ ਦਿੱਤਾ ਜਾ ਰਿਹਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਰਿਕਾਰਡਡ ਇਸ ਤਰ੍ਹਾਂ ਦੇ ਪ੍ਰੋਗਰਾਮ ਕੋਈ ਪੇਸ਼ ਕਰਾਂਗੇ ਜਿਹਦੇ ਵਿੱਚ ਮੈਂ ਖੁਦ ਐਕਸਰਸਾਈਜ਼ ਕਰਾਂਗਾ ਆਪਣੇ ਟਰੈਕ ਸੂਟ ਦੇ ਵਿੱਚ ਆ ਕੇ। ਪਰ ਅੱਜ ਦੇ ਲਈ ਮੈਂ ਮਾਫੀ ਚਾਹੁੰਦਾ ਕਿ ਮੈਂ ਜਸਵਿੰਦਰ ਜੀ ਦਾ ਸਾਥ ਨਹੀਂ ਦੇ ਰਿਹਾ, ਲੇਕਿਨ ਤੁਸੀਂ ਜ਼ਰੂਰ ਆਪਣੇ ਘਰਾਂ 'ਚ ਬੈਠੇ ਰਿਲੈਕਸ ਕੱਪੜਿਆਂ ਦੇ ਵਿੱਚ ਬੈਠੇ ਆ ਤਾਂ ਤੁਸੀਂ ਜਸਵਿੰਦਰ ਜੀ ਦੇ ਨਾਲ ਨਾਲ ਦੀ ਨਾਲ ਕਰ ਸਕਦੇ ਆ। ਔਰ ਪ੍ਰੋਗਰਾਮ ਦਾ ਜਿਹੜਾ ਲਿੰਕ ਹੈ ਇਹ ਫੇਸਬੁੱਕ ਦੇ ਉੱਪਰ ਵੀ ਤੁਹਾਨੂੰ ਮਿਲ ਜਾਏਗਾ। ਵਿਜ਼ਨ ਪੰਜਾਬ ਟੀਵੀ ਕੈਨੇਡਾ ਦਾ ਤੁਸੀਂ ਸਰਚ ਕਰਨਾ, ਵਿਜ਼ਨ ਪੰਜਾਬ ਟੀਵੀ ਕੈਨੇਡਾ ਸਰਚ ਕਰਿਓ ਫੇਸਬੁੱਕ ਦੇ ਉੱਪਰ, ਇਹ ਲਿੰਕ ਤੁਹਾਨੂੰ ਉੱਥੇ ਮੌਜੂਦ ਮਿਲੇਗਾ, ਤੁਸੀਂ ਦੁਬਾਰਾ ਵੀ ਇਹਨੂੰ ਦੇਖ ਸਕਦੇ ਹੋ ਜੀ। और तुसी खब्बे अपने हाथ वाल देखना है, साह लो और साह छड्डो। साह लेंदे हुए सामने देखो और इस हवा नूं थल्ले ले आओ। देखो जिन्होंने कीता है ना वो महसूस करेंगे कि दोवें पासे जेडे वो हल्का महसूस करेंगे। मतलब ये सिंपल स्ट्रेच लगता है थानू, बट ये जेड़ा स्ट्रेच इहदे नाल शरीर ਨੂੰ बहुत ज्यादा रिलैक्सेशन देती है ना। और ਆਪਾਂ ਇੱਕ ਹੋਰ ਆਸਨ ਕਰਦੇ ਹਾਂ, ਫਿਰ ਆਪਾਂ ਹੋਰ ਗੱਲਬਾਤ ਕਰਾਂਗੇ। ਜਵਿੰਦਰ ਢਿੱਲੋਂ ਜੀ ਵੀ ਆਏ ਨੇ ਸਾਡੇ ਨਾਲ, ਉਹ ਵੀ ਗੱਲ ਕਰਨਗੇ ਹੈ ਨਾ। ਔਰ ਥੋੜਾ ਜਿਹਾ ਆਪਾਂ ਇਹਨੂੰ ਟ੍ਰਾਇੰਗਲ ਪੋਜ਼ ਕਹਿੰਦੇ ਆ। ਇਹਦੇ ਵਿੱਚ ਆਪਣੇ ਦੋਨਾਂ ਪੈਰਾਂ ਦੇ ਵਿੱਚ ਤੁਸੀਂ ਥੋੜੀ 5 ਪੈਰਾਂ ਜਿੰਨੀ ਜਗ੍ਹਾ ਰੱਖੋ। ਆਹ ਵਾਲਾ ਜਿਹੜਾ ਤੁਹਾਡਾ ਪੈਰ ਹੈ ਉਹਦੀ ਜਿਹੜੀ ਅੱਡੀ ਹੈ ਉਹ ਖੱਬੇ ਪੈਰ ਦੇ ਸੈਂਟਰ 'ਚ ਹੋਵੇ और दोनों हाथ साइड पे, चेहरे पे मुस्कान और कोई तुसी झटका नहीं देना। जिन्ना हो सके जेडे पहली बार कर रहे ने उन्हां दा जिथे भी हाथ जांदा है वो उत्थे तक ले जाओ, तुसी झटका नहीं देना। प्रैक्टिस के नाल तुसी देखोगे कि तुसी थल्ले अपने एंकल नूं फड़ सकदे हो। इहनूं त्रिकोण आसन कहंदे हैं। और आराम दे नाल आसन दे विच भी जदों बाहर आना है ते बड़े आराम दे नाल आना है, असी कोई झटका नहीं देना। और हुण खब्बा पैर 90 डिग्री से और उहदी जिहड़ी अड्डी है वो सज्जे पैर दे सेंटर 'च है, दोनों हाथ सामने। और हुण असी जिथे तक तुहाडा इत्थे तक हाथ पहुंचदा इत्थे तक, और तो असी ऊपर देखांगे। हाथ में ऊपर ले आओ, कोई झटका नहीं देना। अपने शरीर ਨੂੰ सुनना है कि ਤੁਸੀਂ कितना कर सकते हो। जिन्होंने इतना भी किया है ना वो महसूस करेंगे कि फर्क उन्होंने पएगा। सो थोड़ा जिहा तुसी भी ब्रेक ले लो और रिलैक्स हो जाओ, साडे दर्शकों ਨੂੰ भी ब्रेक दे दिए, रिलैक्स हो जान। एक छोटी जी सिर्फ छोटी जी ब्रेक तो बाद ਆਪਾਂ जल्द हाजिर होने नाल ढिल्लों मैडम भी साडे नाल होणगे जिन्हां ने कि मैडिटेशन दे बारे अज दर्शकों ਤੁਹਾਨੂੰ मैडिटेशन ਦੀਆਂ ਜਿਹੜੀਆਂ बेसिक विधियां ने, क्रियावां ने कि ਆਪਾਂ ਨੂੰ ਇਹ ਤਾਂ ਸੁਣਨ ਨੂੰ ਮਿਲਦਾ ਕਿ ਧਿਆਨ ਸਾਧਨਾ ਕਰਨਾ ਚਾਹੀਦਾ ਹੈ, ਮੈਡੀਟੇਸ਼ਨ ਕਰਨਾ ਚਾਹੀਦਾ, ਪਰ ਕਿਵੇਂ ਕਰਨਾ ਚਾਹੀਦਾ, ਸ਼ੁਰੂਆਤ ਕਿਵੇਂ ਆ, ਇਹਦਾ ਉਡਾੜਾ ਕੀ ਹੈ, ABC ਕੀ ਹੈ, ਉਹਦੇ ਬਾਰੇ ਮੈਡਮ ਢਿੱਲੋਂ ब्रेक तो बाद साडे नाल हाजिर होणगे। सो एक छोटी जी ब्रेक ले लईए और तुसीं थोड़ा रिलैक्स हो जाओ, पानी पूनी पियो ना, फिर जसमिंदर जी डॉक्टर जसमिंदर ਤੁਹਾਨੂੰ ਦੁਬਾਰਾ ਫਿਰ ਇਹ क्रियावां मुद्रावां करके दिखाउणगे। एक छोटी जी ब्रेक तो बाद जल्द हाजिर होणगे। इधर पंजाब टीवी देख रहे सारे दर्शकों का प्रोग्राम चर्चा का मुद्दा ਵਿੱਚ ਸਵਾਗਤ ਹੈ ਜੀ। ਜਦੋਂ ਪੰਜਾਬ ਦੇ ਮੁੱਦਿਆਂ ਦੀ ਗੱਲ ਹੋਈ ਤਾਂ ਉਦੋਂ ਵੀ ਜਾਖੜ ਸਾਹਿਬ ਨੇ ਬਹੁਤ ਭਖਵੇਂ ਮੁੱਦੇ ਜਿਹੜੇ ਗੱਲ ਕੀਤੀ ਸੀ। ਕਾਂਗਰਸ ਸਰਕਾਰ ਨੇ ਪੰਜਾਬ ਨੂੰ ਇਹਨਾਂ 2.5 ਪੌਣੇ 3 ਸਾਲਾਂ ਵਿੱਚ ਕੁਝ ਦਿੱਤਾ ਵੀ ਹੈ ਜਾਂ ਨਹੀਂ। ट्रंप ਤੇ ਮੋਦੀ ਚ ਬਹੁਤ ਜ਼ਿਆਦਾ ਉਸ ਲੈਵਲ ਤੇ ਬਖਰੇਵਾ ਨਹੀਂ, ਉਹ ਵੀ ਨਸਲੀ ਹੈ। ਹਰ ਉਹ ਮੁੱਦਾ ਜੋ ਤੁਹਾਡੇ ਸਾਡੇ ਨਾਲ ਰੱਖਦਾ ਹੈ ਸੰਬੰਧ, ਮਾਹਿਰਾਂ ਦੀ ਟੀਮ ਕਰਦੀ ਹੈ ਫਿਰ ਹਰ ਮੁੱਦੇ ਤੇ ਚਰਚਾ। ਵੇਖੋ ਪ੍ਰੋਗਰਾਮ ਚਰਚਾ ਦਾ ਮੁੱਦਾ ਵਿਜ਼ਨ ਪੰਜਾਬ ਟੀਵੀ ਉੱਤੇ। ਕਿ ਤੁਸੀਂ ਵੀ ਲੱਭ ਰਹੇ ਹੋ ਪ੍ਰਾਪਰਟੀ ਤਾਂ ਅੱਜ ਹੀ ਸੰਪਰਕ ਕਰੋ ਸੁਨੀਲ ਗਰਗ ਨੂੰ, ਜੋ ਕਿ ਵਿਨੀਪੈਗ ਮੈਨੀਟੋਬਾ ਵਿੱਚ ਬਾਇਰਸ ਤੇ ਸੈਲਰਸ ਨਾਲ ਹਰ ਪ੍ਰਾਈਸ ਪੁਆਇੰਟ ਤੇ ਕਰਦੇ ਨੇ ਕੰਮ। ਚਾਹੇ ਬਾਇਰਸ ਲਈ ਮਲਟੀਪਲ ਆਫਰ ਸਿਚੁਏਸ਼ਨ ਹੋਵੇ ਜਾਂ ਸੈਲਰਸ ਲਈ ਵਧੀਆ ਮੁੱਲ ਤੇ ਗੱਲਬਾਤ ਕਰਨਾ, ਸੁਨੀਲ ਗਰਗ ਪ੍ਰੋਵਾਈਡ ਕਰਵਾਉਂਦੇ ਨੇ ਕਲਾਇੰਟਸ ਨੂੰ ਹਰ ਸਿਚੁਏਸ਼ਨ ਵਿੱਚ ਫਾਇਦੇਮੰਦ ਡੀਲ, ਸਿੰਪਲੀਫਾਈਡ ਪ੍ਰੋਸੈਸ ਐਂਡ ਹੈਸਲ ਫ੍ਰੀ ਐਕਸਪੀਰੀਅੰਸ। ਇਹੀ ਚੀਜ਼ ਬਣਾਉਂਦੀ ਹੈ ਸੁਨੀਲ ਗਰਗ ਨੂੰ ਬਾਕੀਆਂ ਨਾਲੋਂ ਵੱਖ।
full MLS listings, strong online presence, open houses until sold, negotiable commission. Property कोई भी होवे, residential building, commercial spaces, hotels, gas stations, motels and many more. अपनी ड्रीम प्रॉपर्टी लैन लई आज ही संपर्क करो सुनील गर्ग ਨੂੰ 2042920177 ਤੇ। इंडियन कज़ीन ਦਾ ਸਵਾਦ ਹੁਣ ਕੈਨੇਡਾ 'ਚ? जी हाँ, इंडियन कज़ीन ਦਾ ਸਵਾਦ ਮਿਲੇਗਾ ਵਿਨੀਪੈਗ ਮੈਨੀਟੋਬਾ ਦੇ ਸਿਰਫ ਤੇ ਸਿਰਫ ਕਲੇ ਓਵਨ ਈਸਟ ਇੰਡੀਅਨ ਰੈਸਟੋਰੈਂਟ ਦੇ ਵਿੱਚ। वो भी किसी एक जगह नहीं बल्कि क्ले ओवन ईस्ट इंडियन रेस्टोरेंट सर्व्स you on 3 locations. For memorable food and exceptional value, you can contact us at. You can also mail us at ਪ੍ਰੀਤ ਟੀਵੀ ਵਾਲ ਮਾਊਂਟਿੰਗ ਐਂਡ ਨੈਟਵਰਕਿੰਗ ਸਰਵਿਸਿਜ਼, ਜਿਨ੍ਹਾਂ ਤੋਂ ਤੁਸੀਂ ਨੈਟਵਰਕ ਕੇਬਲਿੰਗ ਐਕਸੈਸਰੀ ਲੈ ਸਕਦੇ ਹੋ। HD ਐਂਟੇਨਾ ਵੀ ਇੰਸਟਾਲ ਕਰਦੇ ਨੇ। ਇਹਨਾਂ ਤੋਂ ਤੁਸੀਂ ਅਨਲਿਮਿਟਿਡ ਇੰਟਰਨੈਟ ਅਤੇ ਹੋਮ ਫੋਨ ਪੈਕੇਜ ਵੀ ਲੈ ਸਕਦੇ ਹੋ। ਅੱਜ ਹੀ ਕਾਲ ਕਰੋ ਪ੍ਰੀਤ ਨੂੰ 416 843 0208 416 843 0208। ਇਹਨਾਂ ਤੋਂ ਤੁਸੀਂ ਘਰ ਦਫ਼ਤਰ ਲਈ ਸਿਕਿਉਰਿਟੀ ਕੈਮਰਾ ਵੀ ਇੰਸਟਾਲ ਕਰਵਾ ਸਕਦੇ ਹੋ। ਚਾਹੇ 7 ਸਮੁੰਦਰ ਪਾਰ ਦੀ ਹੋਵੇ ਖਬਰ, ਚਾਹੇ ਕਿਸੇ ਵੀ ਸਰਕਾਰ ਦੀ ਹੋਵੇ ਖਬਰ, ਹਰ ਸ਼ੈ ਤੱਕ ਜਾਂਦੇ ਹਾਂ, ਹਰ ਖਬਰ ਦੀ ਤਹਿ ਤੱਕ ਜਾਂਦੇ ਹਾਂ। ਪੰਜਾਬ ਦੀ ਟੀਸ, ਪੰਜਾਬ ਦਾ ਦਰਦ ਵੀ ਖੋਲ ਸੁਣਾਉਂਦੇ ਹਾਂ। ਹਰ ਖਬਰ ਦੀ ਲੈਂਦੇ ਹਾਂ ਖਬਰ, ਪ੍ਰੋਗਰਾਮ ਖਬਰਾਂ ਦੀ ਖਬਰ ਵਿੱਚ ਮੇਰੇ ਨਾਲ ਜਾਣੀ ਕਿ ਦੀਪਕ ਸ਼ਰਮਾ ਚਨਾਥਲ ਨਾਲ ਸ਼ਾਮੀ 8:30 ਵਜੇ सोमवार तो शुक्रवार तक देखना ना भुलना खबरां दी खबर। ਹੁਣ ਤੁਹਾਡੇ ਸੁਪਨਿਆਂ ਦਾ ਘਰ ਖਰੀਦਣਾ ਤੇ ਪ੍ਰਾਪਰਟੀ ਨੂੰ ਵੇਚਣਾ ਹੋਇਆ ਹੋਰ ਵੀ ਸੁਖਾਲਾ, ਕਿਉਂਕਿ ਹੁਣ ਹਰਪ੍ਰੀਤ ਰੱਖਰਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਣਗੇ ਤੁਹਾਡਾ ਸਾਥ। ਹਰਪ੍ਰੀਤ ਰੱਖਰਾ ਦਿਵਾਉਣਗੇ ਤੁਹਾਡੀ ਪ੍ਰਾਪਰਟੀ ਤੇ ਬੈਸਟ ਅਤੇ ਫਾਇਦੇਮੰਦ ਡੀਲ। ਅੱਜ ਹੀ ਆਪਣਾ ਨਵਾਂ ਘਰ ਪ੍ਰੀ ਕੰਸਟਰਕਸ਼ਨ ਸਾਈਟ ਜਾਂ ਕੰਡੋਜ਼ ਬੁੱਕ ਕਰਾਉਣ ਲਈ ਕਾਲ ਕਰੋ ਹਰਪ੍ਰੀਤ ਰੱਖੜਾ ਨੂੰ 6477205454 ਤੇ 647 720 5454 ਤੇ। ਸਿਆਸਤ ਹੋਵੇ ਜਾਂ ਧਰਮ, ਪੰਜਾਬ ਵਾਸੀਆਂ ਮੁਤਾਬਕ ਉਜਾੜਾ ਹੋਣ ਜਾ ਰਿਹਾ। ਮੁੱਦਾ ਉਹ ਜੋ ਹੋਵੇ ਸਰਗਰਮ। ਸਿੱਖ ਕਿਸਾਨਾਂ ਦੀਆਂ ਜ਼ਮੀਨਾਂ ਧੱਕੇ ਨਾਲ ਕਬਜ਼ੇ ਹੇਠ ਲੈ ਲਈਆਂ ਨੇ। ਸਿਆਸੀ ਲੀਡਰਾਂ ਦੇ ਵਾਅਦਿਆਂ ਦਾ ਕੀ ਹੈ ਸੱਚ? ਇਹ ਜੋ ਨਸ਼ਿਆਂ ਦਾ ਕੰਮ ਹੈ, ਜੋ ਆਮ ਆਦਮੀ ਕਹਿੰਦਾ 4 ਮਹੀਨਿਆਂ 'ਚ ਮੈਂ ਖਤਮ ਕਰ ਦੂੰ, ਮੈਂ ਇਹ 4 ਹਫ਼ਤਿਆਂ ਦੇ ਵਿੱਚ ਉਹਦੇ ਲੱਕ ਤੋੜ ਕੇ ਛੱਡ। ਪੁਲਿਸ ਪ੍ਰਸ਼ਾਸਨ ਤੇ ਸਰਕਾਰ ਦਾ ਵੀ ਜਾਣਾਂਗੇ ਪੱਖ। ਆਵਾਮ ਨਾਲ ਜੁੜੇ ਹਰ ਮਸਲੇ ਦੀ ਕਰਾਂਗੇ ਕੋ। ਆਖਿਰ ਕੈਪਟਨ ਨੂੰ ਆਪਣੇ ਬਿਆਨ ਤੋਂ ਮੁੜਨਾ ਕਿਉਂ ਪਿਆ? ਸਾਡੀ ਖਾਸ ਪੇਸ਼ਕਸ਼ ਸਟੋਰੀ ਆਫ ਦਾ ਡੇ ਵਿਜ਼ਨ ਸਪੈਸ਼ਲ ਓਨਲੀ ਔਨ ਵਿਜ਼ਨ ਪੰਜਾਬ ਟੀਵੀ। ਸੋ ਵਿਜ਼ਨ ਲਾਈਵ ਦੇ ਵਿੱਚ ਫਿਰ ਤੋਂ ਤੁਹਾਡਾ ਸਵਾਗਤ ਹੈ ਤੇ ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ। ਔਰ ਅੱਜ ਅਸੀਂ ਤੁਸੀਂ ਦੇਖ ਰਹੇ ਹੋ ਕਿ ਸਾਡੇ ਪੂਰੇ ਟੇਬਲ ਨਹੀਂ ਪਿਆ ਔਰ ਅਸੀਂ ਬਿਲਕੁਲ ਥੱਲੇ ਬੈਠੇ ਹਾਂ, ਕਿਉਂਕਿ ਅੱਜ ਅਸੀਂ ਜਿਹੜਾ ਮੰਥ ਮਨਾਇਆ ਜਾ ਰਿਹਾ ਨੈਸ਼ਨਲ ਵੈਲਨੈਸ ਮੰਥ ਜਿਹੜਾ ਅਮਰੀਕਾ ਕੈਨੇਡਾ ਦੇ ਵਿੱਚ ਮਨਾਇਆ ਜਾ ਰਿਹਾ, ਉਹਦੇ ਮੱਦੇਨਜ਼ਰ ਉਹਦੇ ਅੰਤਰਗਤ ਅੱਜ ਅਸੀਂ ਯੋਗਾ ਨਾਲ ਸੰਬੰਧਿਤ ਨਾਲ ਮੈਡੀਟੇਸ਼ਨ ਨਾਲ ਸੰਬੰਧਿਤ ਬੇਸਿਕ ਗੱਲਾਂ ਜਿਹੜੀਆਂ ਹੈ ਕਿ ਕਿਸ ਤਰੀਕੇ ਦੇ ਨਾਲ ਅਸੀਂ ਆਪਣੀ ਸਿਹਤ ਨੂੰ ਸਿਹਤਯਾਬ ਕਰ ਸਕਦੇ ਹਾਂ ਔਰ ਮਾਨਸਿਕ ਤੇ ਸਰੀਰਕ ਤੌਰ ਤੇ ਜਿਹਨੂੰ ਆਪਾਂ ਕਹਿੰਦੇ ਆ ਨਾ ਕਿ ਅਸੀਂ ਅੰਦਰ ਕਿਵੇਂ ਝਾਤ ਮਾਰ ਸਕਦੇ ਹਾਂ। ਅੱਜ ਮੈਡੀਟੇਸ਼ਨ ਤੇ ਯੋਗਾ ਦੇ ਜ਼ਰੀਏ ਸਾਨੂੰ ਡਾਕਟਰ ਜਸਮਿੰਦਰ ਤੇ ਨਾਲ ਮੈਡਮ ਮਨਿੰਦਰ ਢਿੱਲੋਂ ਅੱਜ ਹਾਜ਼ਰ ਹੋਏ ਆ ਪ੍ਰੋਗਰਾਮ ਦੇ ਵਿੱਚ ਔਰ ਅਚੇਚੇ ਤੌਰ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਆਪਾਂ ਲਾਈਵ ਜਿਹੜਾ ਦਰਸ਼ਕਾਂ ਨੂੰ ਕਰਕੇ ਦਿਖਾਈਏ ਕਿ ਵੀ ਜਿਹੜੀ ਬੇਸਿਕ ABC ਹੈ ਮੈਡੀਟੇਸ਼ਨ ਦੀ ਯੋਗਾ ਦੀ ਉਹ ਕਿਵੇਂ ਹੋ ਸਕਦੀ ਹੈ। ਸਭ ਨੂੰ ਪਤਾ ਹੈ ਕਿ ਅੱਜ ਕੱਲ੍ਹ ਇੰਟਰਨੈਟ ਦਾ ਜ਼ਮਾਨਾ ਹੈ ਔਰ YouTube ਦੇ ਉੱਪਰ ਬਹੁਤ ਚੀਜ਼ਾਂ ਉਪਲਬਧ ਹੈ, ਤੁਸੀਂ ਕਰ ਸਕਦੇ ਹੋ। ਪਰ ਬਹੁਤੀ ਵਾਰੀ ਅਸੀਂ ਦੇਖਿਆ ਕਿ ਵੀ ਜਿਹੜੇ ਸਾਡਾ ਭਾਈਚਾਰਾ ਪੰਜਾਬੀ ਕਮਿਊਨਿਟੀ ਆ ਵੀ ਅਸੀਂ ਉਸ ਚੀਜ਼ ਤੋਂ ਹੋ ਸਕਦਾ ਯੂਥ ਜਿਹੜੀ ਸਾਡੀ ਜਿਹੜੀ ਯੁਵਾ ਪੀੜ੍ਹੀ ਉਹ ਜ਼ਰੂਰ ਕਰਦੀ ਹੋਵੇ, ਲੇਕਿਨ ਜਿਹੜੇ ਸਾਡੇ ਭੈਣ ਭਰਾ ਘਰੇ ਬੈਠੇ ਆ ਜਾਂ ਹੁਣ ਕੰਮਾਂ ਕਮਾ ਕੇ ਘਰੇ ਸੋਫੇ ਦੇ ਉੱਪਰ ਬੈਠੇ ਆ, ਇਹ ਸਾਡੀਆਂ ਮੁਦਰਾਵਾਂ ਜ਼ਰੂਰ ਦੇਖਿਓ ਔਰ ਸਾਨੂੰ ਆਸ ਹੈ ਕਿ ਜੇ ਤੁਹਾਡੇ ਚੋਂ 10 15 50 20 ਜਿੰਨੇ ਵੀ ਤੁਸੀਂ ਸਿੱਖ ਗਏ ਜਾਂ ਕਰ ਗਏ ਤਾਂ ਸਾਡੀ ਉਹ ਸੇਵਾ ਜਿਹੜੀ ਅੱਜ ਮੈਡਮ ਮਨਿੰਦਰ ਤੇ ਜਸਮਿੰਦਰ ਕਰਨ ਸੇਵਾ ਦੇ ਲਈ ਅੱਜ ਆਏ ਆ, ਉਹ ਸਾਡੀ ਸੇਵਾ ਜਿਹੜੀ ਆ ਮਨਜ਼ੂਰ ਹੋਵੇਗੀ, ਕਬੂਲ ਹੋਏਗੀ। ਸੋ
ਆਪਾਂ ਜਸਮਿੰਦਰ ਮੈਡਮ ਦਾ ਵੀ ਪਿਛਲੀ ਜਿਹੜਾ ਸਵਾਗਤ ਕਰਦੀ ਹੈ ਮਨਿੰਦਰ ਢਿੱਲੋਂ ਤੁਹਾਡਾ ਸਵਾਗਤ ਹੈ ਜੀ। ਸੋ ਜਸਮਿੰਦਰ ਜੀ ਤੁਹਾਡਾ ਫਿਰ ਤੋਂ ਸਵਾਗਤ ਹੈ। ਔਰ ਯੋਗਾ ਦੇ ਬਾਰੇ ਜਿਹੜੀਆਂ ਤੁਸੀਂ ਪਹਿਲਾਂ ਬੇਸਿਕ ਗੱਲਾਂ ਦੱਸੀਆਂ, ਇਸ ਤੋਂ ਪਹਿਲਾਂ ਕਿ ਆਪਾਂ ਯੋਗਾ ਨੂੰ ਦੁਬਾਰਾ ਕੰਟੀਨਿਊ ਕਰੀਏ, ਇੱਕ ਦੋ ਜਿਹੜੀਆਂ ਬੇਸਿਕ ਗੱਲਾਂ ਨੇ ਕਿਸ ਤਰੀਕੇ ਦੇ ਨਾਲ ਇਹ ਵੀਸੀ ਸਿੱਖ ਸਕਦੇ ਹਾਂ ਆਪਾਂ ਮੈਡੀਟੇਸ਼ਨ ਦੀ, ਮੈਡਮ ਢਿੱਲੋਂ ਤੋਂ ਸਿੱਖਦੇ ਹਾਂ ਜੀ। ਹਾਂਜੀ, ਮੈਡੀਟੇਸ਼ਨ ਇਸ ਤਰ੍ਹਾਂ ਹੈ ਕਿ ਜਿਹਨੂੰ ਆਪਾਂ ਧਿਆਨ ਲਾਉਣਾ ਵੀ ਕਹਿੰਦੇ ਆ ਪੰਜਾਬੀ ਦੇ ਵਿੱਚ, ਕਿ ਉਹਦੇ ਬਾਰੇ ਥੋੜ੍ਹੀਆਂ ਜਿਹੀਆਂ ਜਿਹੜੀਆਂ ਗਲਤਫਹਿਮੀਆਂ ਹੈਗੀਆਂ ਨੇ ਕਿ ਇੱਕ ਤਾਂ ਵੀ ਚੌਂਕੜੀ ਮਾਰ ਕੇ ਬੈਠਣਾ ਪਊਗਾ, ਸਾਡੇ ਕੋਲੋਂ ਬੈਠ ਨਹੀਂ ਹੋਣਾ, ਔਖੀ ਬਹੁਤ ਹੁੰਦੀ ਹੈ। ਇਹ ਕੋਈ ਗੱਲ ਨਹੀਂ ਹੈਗੀ। ਤੁਸੀਂ ਕਿਸੇ ਵੀ ਕੰਫਰਟੇਬਲ ਪੋਜੀਸ਼ਨ ਦੇ ਵਿੱਚ ਬੈਠ ਕੇ ਮੈਡੀਟੇਸ਼ਨ ਕਰ ਸਕਦੇ ਹੋ। ਚੇਅਰ ਦੇ ਉੱਪਰ ਵੀ ਬੈਠ ਕੇ ਵੀ ਕਰ ਸਕਦੇ ਹੋ, ਤੁਸੀਂ ਸੋਫੇ ਤੇ ਬੈਠ ਕੇ ਵੀ ਕਰ ਸਕਦੇ ਹੋ, ਤੁਹਾਨੂੰ ਚੌਂਕੜੀ ਮਾਰਨ ਦੀ ਜ਼ਰੂਰਤ ਨਹੀਂ। ਜਿੱਥੇ ਵੀ ਤੁਸੀਂ ਕੰਫਰਟੇਬਲ ਹੋ ਕਰ ਸਕਦੇ ਹੋ, ਬਾਹਰ ਕਰ ਸਕਦੇ ਹੋ, ਆਊਟਡੋਰ ਇੰਡੋਰ ਵੀ ਕਰ ਸਕਦੇ ਹੋ। ਸੋ ਉਹਦੇ ਲਈ ਪੋਸਚਰ ਦਾ ਜਿਹੜਾ ਹੈ ਨਾ ਉਹ ਈਜ਼ੀ ਹੋਣਾ ਬਹੁਤ ਜ਼ਰੂਰੀ ਹੈ ਵੀ ਤੁਸੀਂ ਸੌਖੇ ਹੋ। ਜੇ ਤੁਸੀਂ ਤੁਹਾਨੂੰ ਤਾਂ ਵੀ ਮੈਂ ਸੌਖੀ ਨਹੀਂ, ਮੈਨੂੰ ਦਰਦ ਹੁੰਦੀ ਹੈ, ਗੋਡਿਆਂ 'ਚ ਦਰਦ ਹੁੰਦੀ ਹੈ, ਮੈਡੀਟੇਸ਼ਨ ਨਹੀਂ ਹੋਣੀ ਤੁਹਾਡੀ। ਦੂਸਰੀ ਚੀਜ਼ ਆ, ਜਦੋਂ ਅਸੀਂ ਸਾਰਿਆਂ ਨੂੰ ਪੁੱਛਦੇ ਹਾਂ ਵੀ ਤੁਹਾਨੂੰ ਕੀ ਤੁਸੀਂ ਸਮਝਦੇ ਹੋ ਮੈਡੀਟੇਸ਼ਨ ਕੀ ਚੀਜ਼ ਹੈ ਜੀ, ਤੇ ਸਭ ਲੋਕ ਸੋਚਦੇ ਆ ਕਿ ਇਹ ਆਪਣੇ ਨਾ ਜਿਹੜੇ ਵਿਚਾਰ ਚੱਲਦੇ ਰਹਿੰਦੇ ਹਮੇਸ਼ਾ ਆਪਣੇ ਦਿਮਾਗ ਦੇ ਵਿੱਚ ਵੀ ਉਹਨਾਂ ਨੂੰ ਰੋਕਣ ਦੀ ਤਕਨੀਕ ਹੈ, ਵਿਧੀ ਹੈ। ਹਾਂ, ਵੀ ਉਹਨੂੰ ਅਸੀਂ ਰੋਕਣਾ ਕਿੱਦਾਂ ਹੈ ਮੈਡੀਟੇਸ਼ਨ ਦੇ ਵਿੱਚ ਸਾਨੂੰ ਰੋਕਣਾ ਪਊਗਾ, ਰਾਈਟ। ਇੱਕ ਇਹ ਗਲਤਫਹਿਮੀ ਹੈ। ਦੂਜੀ ਇਹ ਗਲਤਫਹਿਮੀ ਹੈ ਵੀ ਮੈਡੀਟੇਸ਼ਨ ਕੰਸੈਂਟਰੇਸ਼ਨ ਹੈ, ਵੀ ਕਿਸੇ ਚੀਜ਼ ਉੱਤੇ ਧਿਆਨ ਲਾਉਣਾ ਜੀ। ਮੈਡੀਟੇਸ਼ਨ ਜਿਹੜੀ ਹੈ ਇਹਨਾਂ ਚੋਂ ਦੋਨਾਂ ਚੋਂ ਕੋਈ ਕੁਝ ਵੀ ਨਹੀਂ ਹੈਗਾ। ਅੱਛਾ, ਮਤਲਬ ਇਹ ਦੋਨੇ ਸਿਰਫ ਵਹਿਮ ਹੀ ਹੈ। ਹਾਂ, ਮੈਡੀਟੇਸ਼ਨ ਹੈਗੀ ਹੈ, ਇਹਨੂੰ ਅਸੀਂ ਇੰਗਲਿਸ਼ ਦੇ ਵਿੱਚ ਕਹਿੰਦੇ ਆ ਆਰਟ ਆਫ ਲੈਟਿੰਗ ਗੋ, ਵੀ ਤੁਸੀਂ ਛੱਡ ਦਿਓ ਸਾਰਾ ਕੁਝ ਜੀ। ਕਿਉਂਕਿ ਐਫਰਟਲੈਸ ਜਿਹੜੀ ਹੁੰਦੀ ਹੈ ਨਾ, ਜਿਹਨੂੰ ਕਹਿੰਦੇ ਆਪਾਂ ਸਹਿਜ ਦੇ ਨਾਲ ਸਮਾਧੀ ਲਾਉਣੀ, ਉਹਦੇ 'ਚ ਵੀ ਤੁਸੀਂ ਸਭ ਕੁਝ ਛੱਡ ਦਿਓ। ਜੇ ਵਿਚਾਰ ਆ ਰਹੇ ਆ ਉਹਨਾਂ ਨੂੰ ਆ ਲੈਣ ਦਿਓ। ਜੇ ਤੁਸੀਂ ਉਹਨਾਂ ਤੇ ਧਿਆਨ ਨਹੀਂ ਦਿਓਗੇ ਨਾ ਤੇ ਹੌਲੀ ਹੌਲੀ ਸਲੋ ਹੋਣੇ ਸ਼ੁਰੂ ਹੋ ਜਾਂਦੇ ਆ। ਜਿੰਨਾ ਤੁਸੀਂ ਉਹਨਾਂ ਦੇ ਪਿੱਛੇ ਭੱਜੋਗੇ, ਜਿੰਨਾ ਤੁਸੀਂ ਉਹਨਾਂ ਨੂੰ ਇਹ ਕਾਹਤੇ ਵਿਚਾਰ ਆ ਰਿਹਾ, ਇਹ ਕਾਹਤੇ ਵਿਚਾਰ ਆ ਰਿਹਾ, ਤੇ ਉਹ ਤੁਸੀਂ ਮੈਡੀਟੇਸ਼ਨ ਨਹੀਂ ਕਰ ਸਕਦੇ। ਬਟ ਇੱਕ ਗੱਲ ਮੈਨੂੰ ਯਾਦ ਆ ਰਹੀ ਹੈ, ਬੁੱਲੇ ਸ਼ਾਹ ਉਹਨਾਂ ਨੇ ਇੱਕ ਲਾਈਨ ਲਿਖੀ ਹੈ, ਜਦ ਉਹਨਾਂ ਨੇ ਇੱਕ ਵਾਰੀ, ਆਪਾਂ ਪਤਾ ਸਭ ਨੂੰ ਕਿ ਬੁੱਲੇ ਸ਼ਾਹ ਉਹਨਾਂ ਦੇ ਸੂਫੀ ਕਲਾਮ ਨੇ, ਤਾਂ ਉਹਦੇ ਵਿੱਚ ਬੁੱਲੇ ਸ਼ਾਹ ਇੱਕ ਲਾਈਨ ਦੇ ਵਿੱਚ ਇੱਕ ਛੋਟੇ ਜਿਹੀ ਲਾਈਨ ਨੂੰ ਤੁਹਾਡੇ ਨਾਲ ਨਜ਼ਰ ਕਰ ਰਿਹਾ ਕਿ ਹੱਥ ਕਾਰ ਵੱਲ ਤੇ ਚਿੱਤ ਜਾਣ ਵੱਲ। ਇਹ ਮੈਨੂੰ ਲੱਗਦਾ ਵੀ ਮੈਡੀਟੇਸ਼ਨ ਦਾ ਸਭ ਤੋਂ ਸਿੱਧਾ ਤੇ ਸੌਖਾ ਫੰਡਾ ਹੈ। ਬਿਲਕੁਲ ਇਹੀ ਹੈ ਕਿ ਮੈਡੀਟੇਸ਼ਨ ਤੁਸੀਂ ਕਿਸੇ ਕੰਮ ਵੀ ਜਿਹੜਾ ਤੁਸੀਂ ਕਰਦੇ ਹੋ ਨਾ, ਜਿਹਦੇ 'ਚ ਤੁਸੀਂ ਇੱਕ ਚਿੱਤ ਕਰਕੇ ਕੋਈ ਚੀਜ਼ ਕਰਦੇ ਹੋ, ਉਹ ਮੈਡੀਟੇਸ਼ਨ ਹੀ ਹੋ ਜਾਂਦੀ ਹੈ, ਇੱਕ ਤਰ੍ਹਾਂ ਦਾ ਧਿਆਨ ਹੀ ਹੋ ਜਾਂਦਾ, ਰਾਈਟ। ਪਰ ਕੀ ਹੁੰਦਾ ਕਿ ਅਸੀਂ ਬੈਠੇ ਅੱਖਾਂ ਬੰਦ ਕਰਕੇ, ਪਰ ਸਾਡਾ ਮਨ ਜਿਹੜਾ ਇੱਧਰ ਉੱਧਰ ਤੁਰਿਆ ਫਿਰਦਾ, ਉਹ ਮੈਡੀਟੇਸ਼ਨ ਨਹੀਂ ਹੁੰਦੀ। ਉਹਦੇ ਵਿੱਚ ਸਭ ਤੋਂ ਪਹਿਲਾਂ ਇਹਨੂੰ ਕਹਿੰਦੇ ਨੇ ਵੀ ਮੈਡੀਟੇਸ਼ਨ ਨੂੰ ਆਰਟ ਆਫ ਡੂਇੰਗ ਨਥਿੰਗ ਆਲਸੋ ਕਹਿੰਦੇ ਆ, ਵੀ ਕੁਛ ਨਹੀਂ ਕਰਨਾ। ਤੁਸੀਂ ਸਿਰਫ ਬੈਠਣਾ ਤੇ ਜੋ ਵੀ ਤੁਹਾਡੇ ਸਰੀਰ ਦੇ ਵਿੱਚ ਕੋਈ ਦਰਦ ਹੋ ਰਹੀ ਹੈ, ਕੋਈ ਸੈਂਸੇਸ਼ਨ ਹੋ ਰਹੀ ਹੈ, ਉਹਦੇ ਤੇ ਤੁਸੀਂ ਧਿਆਨ ਨਹੀਂ ਲਾਉਣਾ। ਤੁਸੀਂ ਸਿਰਫ ਆਪਣੇ ਧਿਆਨ ਸਵਾਸ ਤੇ ਰੱਖਣਾ, ਤੇ ਉਹਨੂੰ ਕੋਈ ਜ਼ਿਆਦਾ ਉਹਦੇ 'ਚ ਐਫਰਟ ਲਾਉਣ ਦੀ ਵੀ ਨਹੀਂ ਜ਼ਰੂਰਤ। ਜਿਸ ਤੁਸੀਂ ਆਪਣੇ ਸਾਹ ਨੂੰ ਦੇਖਣਾ ਹੀ ਹੈ ਵੀ ਮੇਰਾ ਸਾਹ ਅੰਦਰ ਜਾ ਰਿਹਾ ਹੈ, ਬਾਹਰ ਆ ਰਿਹਾ ਹੈ, ਤੇ ਜਿੰਨਾ ਤੁਸੀਂ ਜਿਉਂ ਤੁਹਾਡਾ ਧਿਆਨ ਸਵਾਸ ਦੇ ਉੱਤੇ ਰਹੂਗਾ, ਤੁਹਾਡਾ ਮਨ ਜਿਹੜਾ ਹੈ ਉਹ ਪ੍ਰੈਜ਼ੈਂਟ ਮੂਮੈਂਟ 'ਚ ਆਉਣਾ ਸ਼ੁਰੂ ਹੋ ਜਾਊਗਾ। ਔਰ ਵਿਚਾਰਾਂ ਦਾ ਸ਼ਾਇਦ ਉਹ ਬਣਨਾ, ਡਿੱਗਣਾ, ਟੁੱਟਣਾ ਸਭ ਉਹ ਖਤਮ ਹੋ ਸਕਦਾ। ਉਹ ਫਿਰ ਹੌਲੀ ਹੌਲੀ ਹੋ ਜਾਂਦਾ, ਸ਼ਾਂਤ, ਰਾਈਟ। ਆਪਣੇ ਆਪ ਹੀ ਵਿਚਾਰ ਜਿਹੜੇ ਸਲੋ ਹੁੰਦੇ ਫਿਰ ਇੱਕ ਸਥਿਤੀ ਇਸ ਤਰ੍ਹਾਂ ਦੀ ਆਉਂਦੀ ਜਿਹਨੂੰ ਆਪਾਂ ਨਿਰਮਲ ਸਥਿਤੀ ਕਹਿੰਦੇ ਹਾਂ, ਜਿਹਦੇ 'ਚ ਕੋਈ ਵਿਚਾਰ ਨਹੀਂ ਹੁੰਦਾ। ਉਹ ਸਥਿਤੀ ਦੇ ਵਿੱਚ ਫਿਰ ਉਹਨੂੰ ਕਹਿੰਦੇ ਉਹ ਸਮਾਧੀ ਦੀ ਸਥਿਤੀ ਹੁੰਦੀ ਹੈ। ਤੇ ਉਹਦਾ ਫਾਇਦਾ ਕੀ ਹੁੰਦਾ, ਉਸ ਸਥਿਤੀ ਦੇ ਵਿੱਚ ਆ ਕੇ ਜਦੋਂ ਅਸੀਂ ਜਿੰਨੀ ਦੇ ਸਾਡੀ ਲਾਈਫ ਹੈਗੀ ਹੈ ਨਾ, ਜਿੱਦਾਂ ਪੁਰਾਣੇ ਬਜ਼ੁਰਗ ਕਹਿੰਦੇ ਸੀ, ਜੇ ਕਿਸੇ ਦੀ ਡੈਥ ਹੋ ਜਾਂਦੀ ਸੀ ਕਹਿੰਦੇ ਸੀ ਪ੍ਰਾਣ ਨਿਕਲ ਗਏ, ਪ੍ਰਾਣ ਚਲੇ ਗਏ, ਰਾਈਟ। ਜਿੰਨੀ ਦੇਰ ਅਸੀਂ ਜਿਉਂਦੇ ਆ ਨਾ, ਅਸੀਂ ਤਾਂ ਜਿਉਂਦੇ ਹਾਂ ਕਿ ਸਾਡੇ ਅੰਦਰ ਪ੍ਰਾਣ ਹੈਗੇ ਨੇ ਜੀ, ਬਿਲਕੁਲ। ਤੇ ਜਦੋਂ ਪ੍ਰਾਣ ਨਿਕਲ ਜਾਂਦੇ, ਜ਼ਿੰਦਗੀ ਨਹੀਂ ਰਹਿੰਦੀ। ਜਿੰਨੀ ਦੇਰ ਅਸੀਂ ਜਿੰਦੇ ਆ, ਸਾਡੀ ਜਿਹੜੀ ਲਾਈਫ ਦਾ ਮਿਆਰ ਹੈ ਜਾਂ ਕੁਆਲਿਟੀ ਹੈ, ਉਹ ਇਸ ਚੀਜ਼ ਤੇ ਨਿਰਭਰ ਕਰਦਾ ਹੈ ਵੀ ਸਾਡੇ 'ਚ ਪ੍ਰਾਣ ਜਿਹੜੇ ਨੇ, ਪ੍ਰਾਣ ਸ਼ਕਤੀ ਕਿੰਨੀ ਹਾਈ ਹੈ ਜਾਂ ਕਿੰਨੀ ਲੋ ਹੈ। ਜੇ ਤੁਹਾਡੀ ਪ੍ਰਾਣ ਸ਼ਕਤੀ ਲੋ ਹੈ ਤਾਂ ਤੁਹਾਡੀ ਲਾਈਫ ਦੀ ਕੁਆਲਿਟੀ ਵੀ ਲੋ ਹੋ ਜਾਣੀ ਹੈ, ਕਿਉਂਕਿ ਤੁਹਾਡੇ ਮਨ ਨੇ, ਤੁਹਾਡੀਆਂ ਜਿਹੜੀਆਂ ਭਾਵਨਾਵਾਂ ਨੇ, ਉਹਨਾਂ ਨੇ ਤੁਹਾਡੇ ਤੇ ਕਾਬੂ ਹਾਵੀ ਹੋ ਜਾਣਾ। ਜਿਹਨੂੰ ਆਪਾਂ ਕਹਿੰਦੇ ਆ ਵੀ ਸਾਨੂੰ ਜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹੈ, ਉਹ ਸਾਨੂੰ ਚਲਾਉਣ ਲੱਗ ਪੈਂਦੇ, ਬਲਕਿ ਅਸੀਂ ਉਹਨਾਂ ਨੂੰ ਯੂਜ਼ ਕਰਨਾ, ਉਹ ਤੁਹਾਨੂੰ ਕੰਟਰੋਲ ਕਰਨ ਲੱਗ ਜਾਂਦੇ ਆ। ਤੁਹਾਡੀਆਂ ਜਿਹੜੀਆਂ ਭਾਵਨਾਵਾਂ ਨੇ ਉਹ ਤੁਹਾਨੂੰ ਕੰਟਰੋਲ ਕਰਦੇ ਆ। ਉਹਨਾਂ 'ਚ ਆ ਕੇ ਤੁਸੀਂ ਕਦੇ ਗੁੱਸੇ 'ਚ ਕਿਸੇ ਨੂੰ ਕੁਝ ਕਹਿ ਦਿੰਦੇ ਆ, ਕਦੇ ਤੁਸੀਂ ਹਰਟ ਹੋ ਜਾਂਦੇ ਆ, ਕਦੇ ਤੁਸੀਂ ਜੈਲਸ ਹੋ ਜਾਂਦੇ ਆ। ਜਿਹੜੀ ਜਦੋਂ ਤੁਹਾਡੀ ਪ੍ਰਾਣ ਸ਼ਕਤੀ ਹਾਈ ਹੁੰਦੀ ਹੈ ਨਾ, ਫਿਰ ਤੁਹਾਡੀਆਂ ਜਿਹੜੀਆਂ ਭਾਵਨਾਵਾਂ ਨੇ ਉਹ ਹਾਵੀ ਨਹੀਂ ਹੁੰਦੀਆਂ, ਤੇ ਫਿਰ ਤੁਸੀਂ
ਜੇ ਅਸੀਂ ਦੇਖੀਏ ਆਪਣੇ ਵਿਹਾਰ ਨੂੰ ਦੇਖੀਏ, ਅਸੀਂ ਰਿਐਕਟ ਕਰਦੇ ਹਾਂ ਸਾਰਾ ਦਿਨ ਜੀ। ਜੇ ਕਿਸੇ ਨੇ ਕਹਤਾ ਉਹਨੂੰ ਰਿਐਕਟ ਕਰਦੇ ਆ, ਜੇ ਕਿਸੇ ਨੇ ਕੁਝ ਕਰਤਾ ਉਹਨੂੰ ਰਿਐਕਟ ਕਰਦੇ ਆ। ਫਿਰ ਰਿਐਕਟ ਕਰਨ ਦੀ ਬਜਾਏ ਅਸੀਂ ਰਿਸਪੌਂਡ ਕਰਨ ਲੱਗ ਜਾਂਦੇ। ਰਿਸਪੌਂਡ ਕਰਦੇ ਉਹ ਕੀ ਹੈ ਕਿ ਇੱਕ ਦਿਨ ਮਿੰਟ ਸੋਚ ਕੇ ਫਿਰ ਅਸੀਂ ਉਸ ਗੱਲ ਦਾ ਜਵਾਬ ਦੇਣਾ ਜਾਂ ਅਸੀਂ ਕੋਈ ਐਕਸ਼ਨ ਲੈਣਾ ਜੀ। ਤੇ ਉਹ ਜਦੋਂ ਤੁਸੀਂ ਸਮਾਧੀ ਦੇ ਵਿੱਚ ਨਿਰਮਲ ਸਥਿਤੀ ਦੇ ਵਿੱਚ ਆ ਜਾਂਦੇ ਹੋ ਨਾ, ਉਹ ਇੱਕ ਤੁਸੀਂ ਉੱਤੇ ਡੋਰ ਖੋਲ ਦਿੰਦੇ ਹੋ ਪ੍ਰਾਣ ਸ਼ਕਤੀ ਲਈ। ਬਿਲਕੁਲ। ਕਿਉਂਕਿ ਜਿਹੜੇ ਤੁਹਾਡੇ ਵਿਚਾਰ ਨੇ ਨਾ, ਉਹ ਇੱਕ ਤਰ੍ਹਾਂ ਦੀ ਛਤਰੀ ਬਣਾ ਕੇ ਰੱਖਦੇ ਆ ਤੁਹਾਡੇ, ਸੁਰੱਖਿਆ ਕਵਚ ਬਣਦਾ। ਹਾਂ, ਸੁਰੱਖਿਆ ਕਵਚ ਨਹੀਂ ਤੁਸੀਂ ਕਹਿ ਸਕਦੇ ਉਹਨੂੰ। ਉਹ ਤੁਹਾਡੇ ਪ੍ਰਾਣ ਸ਼ਕਤੀ ਨੂੰ ਆਉਣ ਤੋਂ ਰੋਕਦੇ ਨੇ। ਅੱਛਾ। ਜਿੱਦਾਂ ਵਰਖਾ ਹੋ ਰਹੀ ਹੈ, ਤੁਸੀਂ ਪਿਆਸੇ ਹੋ, ਤੁਹਾਨੂੰ ਉਹਦੀ ਲੋੜ ਆ, ਪਰ ਤੁਸੀਂ ਛਤਰੀ ਲਾ ਕੇ ਬੈਠੇ ਹੋ ਤਾਂ ਤੁਹਾਨੂੰ ਤਾਂ ਮਿਲਣਾ ਨਹੀਂ ਉਹਦਾ ਕੁਝ ਵੀ ਹੈਗਾ। ਵਿਚਾਰ ਸਾਡੇ ਇੱਕ ਤਰ੍ਹਾਂ ਛਤਰੀ ਵਾਂਗੂ ਨਾ ਸਾਡੇ ਪ੍ਰਾਣ ਨੂੰ ਸਾਨੂੰ ਪ੍ਰਾਣ ਨੂੰ ਐਕਸੈਸ ਕਰਨ ਤੋਂ ਰੋਕਦੇ ਰਹਿੰਦੇ ਆ। ਸੋ ਜਦੋਂ ਹੀ ਉਹ ਪ੍ਰਾਣਾਂ ਦੀ ਛਤਰੀ ਹਟਦੀ, ਉਹ ਵਿਚਾਰਾਂ ਦੀ ਛਤਰੀ ਹਟਦੀ ਹੈ, ਤੇ ਉਹ ਸਾਡੇ ਅਸੀਂ ਅਬਜ਼ੌਰਬ ਕਰ ਸਕਦੇ ਹਾਂ ਪ੍ਰਾਣ ਸ਼ਕਤੀ ਨੂੰ। ਤੇ ਉਹਦੇ ਨਾਲ ਫਿਰ ਤੁਸੀਂ ਭਾਵੇਂ 10 ਸੈਕਿੰਡ ਤੁਹਾਡਾ ਧਿਆਨ ਲੱਗੇ, ਚਾਹੇ 1 ਮਿੰਟ ਲੱਗੇ, ਉਹਦੇ ਨਾਲ ਜਿਹੜੀ ਤੁਹਾਡੀ ਇੱਕ ਤਰ੍ਹਾਂ ਬੈਟਰੀ ਚਾਰਜ ਹੋ ਜਾਣੀ ਹੈ ਨਾ, ਉਹਨੇ ਤੁਹਾਨੂੰ ਸਾਰਾ ਦਿਨ ਪ੍ਰਸੰਨ ਚਿੱਤ ਰੱਖਣਾ। ਮੈਂ ਆਪਣੀਆਂ ਕਲਾਸਾਂ ਦੇ ਵਿੱਚ ਕਹਿੰਦੀ ਹੁੰਦੀ ਹਾਂ ਕਿ ਆਪਾਂ ਨੂੰ ਹਮੇਸ਼ਾ ਸ਼ੁਰੂ ਤੋਂ ਕਿਹਾ ਚੜ੍ਹਦੀ ਕਲਾ 'ਚ ਰਹੋ, ਚੜ੍ਹਦੀ ਕਲਾ 'ਚ ਰਹੋ। ਪਰ ਜਦੋਂ ਗੁੱਸਾ ਆ ਜਾਂਦਾ, ਕਿੱਦਾਂ ਚੜ੍ਹਦੀ ਕਲਾ 'ਚ? ਪਰ ਇੱਕ ਗੱਲ ਹੋਰ ਤੁਸੀਂ ਮੈਡਮ ਨੋਟ ਕਰੋ, ਦਰਸ਼ਕਾਂ ਨੂੰ ਵੀ ਇਹ ਚੀਜ਼ ਤੁਸੀਂ ਵੀ ਨੋਟ ਕੀਤੀ ਹੋਣੀ ਆ। ਤੁਸੀਂ ਜਦੋਂ ਆਪਣੀ ਕਾਰ ਡਰਾਈਵ ਕਰ ਰਹੇ ਹੋ, ਕਦੇ ਟ੍ਰੈਫਿਕ ਲਾਈਟ ਤੇ ਖੜ ਕੇ ਦੇਖਿਓ, ਕਿਸੇ ਵੀ ਚਿਹਰੇ ਦੇ ਉੱਤੇ ਮੁਸਕਾਨ ਨਹੀਂ ਹੈਗੀ, ਮੁਸਕਰਾਹਟ ਨਹੀਂ ਹੁੰਦੀ। ਔਰ ਮੁਸਕਰਾਹਟ ਇਸ ਤਰ੍ਹਾਂ ਲੱਗ ਰਿਹਾ ਵੀ ਕਈ 100 ਸਾਲ ਪਹਿਲਾਂ ਹੀ ਉੱਡ ਗਈ ਕਿਤੇ। ਤਾਂ ਮੈਨੂੰ ਲੱਗਦਾ ਵੀ ਸ਼ਾਇਦ ਸਿੱਧੇ ਤੌਰ ਤੇ ਇਹੀ ਸੰਬੰਧ ਹੈ ਕਿ ਅਸੀਂ ਆਪਣੇ ਅੰਦਰ ਝਾਕ ਮਾਰਨੋਂ ਹਟ ਗਏ, ਐਨਾਲਿਸਿਸ ਜਿਹੜਾ ਸੈਲਫ ਐਨਾਲਿਸਿਸ ਹੀ ਕਰਨੋਂ ਹਟ ਗਏ। ਤੇ ਉਹ ਸਾਡੀ ਜਿਹੜੀ ਨੈਗੇਟਿਵਿਟੀ ਹੈ ਨਾ, ਅੱਜ ਕੱਲ ਅਸੀਂ ਬਹੁਤ ਨੈਗੇਟਿਵਿਟੀ ਸਾਨੂੰ ਦੇਖਣ ਨੂੰ ਬਹੁਤ ਮਿਲਦੀ ਹੈ ਥਰੂ ਮੀਡੀਆ, ਥਰੂ ਇੰਟਰਨੈਟ, ਥਰੂ ਪੁਰਾਣੇ ਜ਼ਮਾਨੇ 'ਚ ਜਿਹੜੇ ਆਪਣੇ ਬਜ਼ੁਰਗ ਸੀਗੇ, ਉਹ ਖੇਤਾਂ 'ਚ ਕੰਮ ਕਰਦੇ ਸੀ, ਉਹਨਾਂ ਨੂੰ ਕੋਈ ਖਬਰਾਂ ਦਾ ਨਹੀਂ ਪਤਾ ਸੀ ਦੁਨੀਆ 'ਚ ਕੀ ਹੋ ਰਿਹਾ, ਕੁਦਰਤ ਨੂੰ ਇੰਜੋਏ ਕਰਦਾ, ਉਹਦਾ ਮਨ ਸਥਿਰ ਹੁੰਦਾ ਸੀਗਾ। ਸਾਡਾ ਤਾਂ ਮਨ ਸਾਰਾ ਕੁਝ ਦੇਖ ਕੇ, ਜੇ ਇੱਥੇ ਮਰਡਰ ਹੋ ਗਿਆ ਜੀ, ਇੱਥੇ ਚਾਕੂ ਚੱਲ ਗਿਆ, ਉਹਦੇ ਨਾਲ ਸਾਡੇ ਵਿਚਾਰਾਂ ਦੇ ਵਿੱਚ ਵੀ ਸਾਡੇ ਫਿਰ ਵਿਚਾਰ ਜਿਹੜੇ ਨੇ ਉਹ ਉਦਾਂ ਹੀ ਭੱਜਣ ਲੱਗ ਗਏ। ਰੇਸ ਸਾਡੀ ਇਹ ਨਹੀਂ ਕਿ ਅਸੀਂ ਕੰਮ ਜਲਦੀ ਕਰਦੇ ਆ, ਜਿਹੜਾ ਮਨ ਹੈ ਨਾ ਉਹ ਵੀ ਜਲਦੀ ਭੱਜਣ ਲੱਗ ਗਿਆ। ਸੋ ਮੈਡਮ, ਆਪਾਂ ਸਮੇਂ ਦੀ ਮਰਿਆਦਾ ਨੂੰ ਰੱਖਦੇ ਦੇਖਦੇ ਹੋਏ ਆਪਾਂ ਦਰਸ਼ਕਾਂ ਨੂੰ ਜਿਹੜੇ ਬੇਸਿਕ ਕਿਸ ਤਰੀਕੇ ਦੇ ਨਾਲ, ਜੇ ਕਿਸੇ ਨੇ ਜਿਵੇਂ ਤੁਸੀਂ ਦੱਸਿਆ ਕੋਈ ਚੇਅਰ ਦੇ ਉੱਪਰ ਬੈਠ ਕੇ ਵੀ ਕਰ ਸਕਦਾ ਜਾਂ ਆਪਣੇ ਕੰਮ ਦੇ ਦੌਰਾਨ ਵੀ ਕਰ ਸਕਦਾ, ਤੁਸੀਂ ਮੈਡੀਟੇਸ਼ਨ ਦੀਆਂ ਜਿਹੜੀਆਂ ABC ਆਪਾਂ ਬੇਸਿਕ ਜਿਹੜੇ ਆ ਉਹ ਫਾਰਮੂਲੇ ਪਲੀਜ਼ ਸ਼ੇਅਰ ਕਰੋ। ਬੇਸਿਕ ਚੀਜ਼ਾਂ ਇਹ ਨੇ, ਦੋ ਚੀਜ਼ਾਂ ਹੁੰਦੀਆਂ। ਇੱਕ ਤਾਂ ਪਹਿਲਾਂ ਤੁਸੀਂ ਕੰਫਰਟੇਬਲ ਪੋਜੀਸ਼ਨ ਦੇ ਵਿੱਚ ਬੈਠੋ। ਦੂਸਰਾ, ਤੁਸੀਂ ਫਿਰ ਜਦੋਂ ਬੈਠ ਜਾਂਦੇ ਹੋ, ਫਿਰ ਤੁਸੀਂ ਸੋਚਦੇ ਹੋ ਕਿ ਆਹ ਆਵਾਜ਼ ਕਾਤੇ ਹੁੰਦੀ ਆ, ਆਵਾਜ਼ ਕਾਤੇ ਹੁੰਦੀ ਆ। ਤੁਸੀਂ ਸਾਰੀਆਂ ਆਵਾਜ਼ਾਂ ਨੂੰ ਸੁਣ ਕੇ ਉਹਨਾਂ ਨੂੰ ਕਹੋ ਕਿ ਹੁੰਦੀਆਂ ਤਾਂ ਹੋਈ ਜਾਣ, ਮੈਂ ਤਾਂ ਧਿਆਨ ਲਾਉਣਾ ਹੀ ਆ, ਵੀ ਮੈਨੂੰ ਬੋਦਰ ਨਹੀਂ ਕਰਨੀਆਂ। ਉਹਨਾਂ ਨੂੰ ਐਕਸੈਪਟ ਕਰ ਲਓ। ਉਹਨਾਂ ਨੂੰ ਐਕਸੈਪਟ ਕਰਨ ਦੇ ਬਾਅਦ ਤੁਸੀਂ ਅੱਖਾਂ ਬੰਦ ਕਰਕੇ ਹੌਲੀ ਹੌਲੀ ਤੁਸੀਂ ਆਪਣੇ ਪੈਰਾਂ ਤੋਂ ਲੈ ਕੇ ਇੱਕ ਸਰੀਰ ਦੇ ਅੰਗ ਨੂੰ ਤੁਸੀਂ ਆਪਣੇ ਅੰਦਰ ਹੀ ਕਹਿਣਾ ਕਿ ਹੁਣ ਮੇਰੇ ਪੈਰ ਜਿਹੜੇ ਨੇ ਰਿਲੈਕਸ ਹੋ ਰਹੇ ਆ, ਜਾਂ ਤੁਸੀਂ ਕਹੋ ਵੀ ਨਾ ਅੰਦਰ, ਤੁਸੀਂ ਸਿਰਫ ਧਿਆਨ ਆਪਣੇ ਪੈਰਾਂ ਤੇ ਲਿਆਓ। ਜੇ ਤੁਸੀਂ ਚਾਹੁੰਦੇ ਹੋ ਥੋੜੀ ਜਿਹੀ ਡੈਮੋਨਸਟ੍ਰੇਟ ਕਰ, ਤੁਸੀਂ ਵੀ ਅੱਖਾਂ ਬੰਦ ਕਰਕੇ ਬੈਠੋ ਜੀ ਜ਼ਰੂਰ, ਤੇ ਆਪਾਂ ਛੋਟੀ ਜਿਹੀ ਇੱਕ ਗਾਈਡਡ ਮੈਡੀਟੇਸ਼ਨ ਕਰਦੇ ਹਾਂ। ਜੀ ਸ਼ੂਰ। ਓਕੇ, ਹੁਣ ਇੱਕ ਤੁਸੀਂ ਲੰਮਾ ਸਵਾਸ ਅੰਦਰ ਲਓ। ਦਰਸ਼ਕ ਵੀ ਸਾਰੇ ਬੈਠ ਜਾਣ, ਜਿੱਥੇ ਵੀ ਬੈਠੇ ਹੋ ਤੁਸੀਂ ਆਪਣੀਆਂ ਅੱਖਾਂ ਨੂੰ ਬੰਦ ਕਰ ਲਓ। ਇੱਕ ਲੰਬਾ ਸਵਾਸ ਲਓ ਤੇ ਉਹਨੂੰ ਬਾਹਰ ਕੱਢ ਦਿਓ। ਹੁਣ ਤੁਸੀਂ ਆਪਣਾ ਧਿਆਨ ਆਲੇ ਦੁਆਲੇ ਤੇ ਲੈ ਕੇ ਆਓ। ਜਿਹੜੀ ਵੀ ਤੁਹਾਡੀ ਆਵਾਜ਼ ਤੁਹਾਡੇ ਆਲੇ ਦੁਆਲੇ ਹੈਗੀ ਹੈ, ਕੋਈ ਤੁਰਦਾ ਫਿਰਦਾ ਹੈ, ਕੋਈ AC ਦੀ ਆਵਾਜ਼ ਹੈ, ਕਿਸੇ ਪੱਖੇ ਦੀ ਆਵਾਜ਼ ਹੈ, ਉਹਨੂੰ ਸੁਣ ਕੇ ਸਵੀਕਾਰ ਕਰ ਲਓ। ਹੁਣ ਇੱਕ ਲੰਬਾ ਸਵਾਸ ਅੰਦਰ ਲਓ ਤੇ ਬਾਹਰ ਕੱਢ ਦਿਓ। ਹੁਣ ਆਪਣਾ ਧਿਆਨ ਆਪਣੇ ਪੈਰਾਂ ਤੇ ਲੈ ਕੇ ਆਓ। ਆਪਣਾ ਧਿਆਨ ਆਪਣੇ ਲੱਤਾਂ ਤੇ ਲੈ ਕੇ ਆਓ। ਆਪਣੇ ਹਿਪਸ ਤੇ, ਪੇਟ ਤੇ, ਆਪਣੀ ਛਾਤੀ ਤੇ, ਆਪਣੇ ਹੱਥਾਂ ਤੇ, ਬਾਹਾਂ ਤੇ, ਮੋਢਿਆਂ ਤੇ, ਆਪਣੇ ਚਿਹਰੇ ਤੇ,
अपने चेहरे ते एक हल्की ਜਿਹੀ मुस्कान लेके आओ। ਉਹਦੇ ਨਾਲ ਤੁਹਾਡੇ ਚਿਹਰੇ ਦੇ ਸਾਰੇ ਮਸਲਸ ਬਿਲਕੁਲ ਰਿਲੈਕਸ ਹੋ ਜਾਂਦੇ ਆ। ਹੁਣ ਆਪਣਾ ਧਿਆਨ ਪੂਰੇ ਸਰੀਰ ਤੇ ਲੈ ਕੇ ਆਓ। ਇੱਕ ਲੰਬਾ ਸਵਾਸ ਅੰਦਰ ਲਓ ਤੇ ਉਸ ਨੂੰ ਛੱਡ ਦਿਓ। ਹੁਣ ਆਪਣਾ ਧਿਆਨ ਆਪਣੇ ਵਿਚਾਰਾਂ ਤੇ ਲੈ ਕੇ ਆਓ। ਜੋ ਵੀ ਵਿਚਾਰ ਮਨ ਦੇ ਵਿੱਚ ਚੱਲ ਰਹੇ ਨੇ ਉਹਨਾਂ ਨੂੰ ਆਉਣ ਦਿਓ। ਰੁਕਣ ਦੀ ਕੋਸ਼ਿਸ਼ ਨਾ ਕਰੋ, ਆ ਲੈਣ ਦਿਓ। ਚੰਗੇ ਵਿਚਾਰ, ਮਾੜੇ ਵਿਚਾਰ, ਕੋਈ ਫਰਕ ਨਹੀਂ ਪੈਂਦਾ। एक लंबा श्वास लो, फिर छोड़ते हो। ਹੁਣ ਆਪਣਾ ਧਿਆਨ ਤੁਸੀਂ ਆਪਣੀਆਂ ਭਾਵਨਾਵਾਂ ਤੇ ਲੈ ਕੇ ਆਓ। ਇਸ ਵੇਲੇ ਕੀ ਭਾਵਨਾ ਚੱਲ ਰਹੀ ਹੈ? ਖੁਸ਼ੀ ਦੀ ਭਾਵਨਾ ਹੈ ਜਾਂ ਗਮ ਦੀ ਭਾਵਨਾ ਹੈ? ਸਿਰਫ ਆਪਣਾ ਧਿਆਨ ਉਹਦੇ ਤੇ ਲੈ ਕੇ ਆਓ। जो भी हो रहा है उसनू होने दो। एक लंबा श्वास लो तो उसनू छड़ दो। तुसी ही शांति हो, तुसी ही आनंद हो। फिर तो अपना ध्यान अपनी भावनावां ते लेके आओ। अपने विचारों ते अपने शरीर ते अपने वातावरण ते। ਹੁਣ ਤੁਸੀਂ ਆਪਣੇ ਮਨ ਦੀ ਸਥਿਤੀ ਨੂੰ ਤੇ ਉੱਤੇ ਧਿਆਨ ਲੈ ਕੇ ਆਓ। ਤੁਸੀਂ ਉਸ ਫਰਕ ਨੂੰ ਮਹਿਸੂਸ ਕਰੋ ਕਿ ਤੁਹਾਡੇ ਮਨ ਦੀ ਸਥਿਤੀ 2-3 ਮਿੰਟ ਪਹਿਲਾਂ ਕੀ ਸੀ ਤੇ ਹੁਣ ਕੀ ਹੈ। ਇੱਕ ਲੰਮਾ ਸਵਾਸ ਲਓ ਤੇ ਉਸਨੂੰ ਹੌਲੀ ਹੌਲੀ ਬਾਹਰ ਕੱਢ ਦਿਓ ਅਤੇ ਬਹੁਤ ਸਹਿਜ ਦੇ ਨਾਲ ਤੁਸੀਂ ਆਪਣੀਆਂ ਅੱਖਾਂ ਨੂੰ ਹੁਣ ਖੋਲ ਸਕਦੇ ਹੋ। ਵਾਹ। ਸੋ ਵਾਕਈ ਜਿਵੇਂ ਜਿਵੇਂ ਤੁਸੀਂ ਤੁਸੀਂ ਦੱਸਿਆ ਨਾ, ਅੱਖਾਂ ਬੰਦ ਕਰਕੇ ਆਪਣੇ ਪੈਰਾਂ ਨੂੰ, ਫਿਰ ਉਸ ਤੋਂ ਬਾਅਦ ਲੱਤਾਂ ਨੂੰ, ਫਿਰ ਹੌਲੀ ਹੌਲੀ ਸਰੀਰ ਦੇ ਸਾਰੇ ਅੰਗਾਂ ਨੂੰ ਦੇਖਦੇ ਹੋਏ ਅੰਤਰਮਨ ਤੁਸੀਂ ਵਾਕਈ ਰਿਲੈਕਸ ਹੋ ਰਹੇ ਹੋ। ਨਾਲ ਦੀ ਨਾਲ ਤੁਹਾਡੇ ਜਿਹੜੇ ਜਦੋਂ ਤੁਸੀਂ ਆਪਣੇ ਸਰੀਰ ਦੇ ਅੰਗਾਂ ਨੂੰ ਧਿਆਨ 'ਚ ਲੈ ਕੇ ਆਉਂਦੇ ਆ ਤਾਂ ਤੁਹਾਡੇ ਵਿਚਾਰ ਹੈ ਜਿਹੜੇ ਆਟੋਮੈਟਿਕਲੀ ਕਿਤੇ ਆਸੇ-ਪਾਸੇ ਉੱਡ ਜਾਂਦੇ ਆ। ਪਰ ਬੜਾ ਅੱਛਾ ਲੱਗਿਆ। ਔਰ ਸਮਾਂ ਜਿਹੜਾ ਇਜਾਜ਼ਤ ਨਹੀਂ ਆਪਾਂ ਨੂੰ ਪ੍ਰੋਪਰ ਦਿੰਦਾ, ਕਿਉਂਕਿ ਸਾਡੇ ਕੋਲ 5-7 ਮਿੰਟ ਹੋਰ ਹੈਗੇ ਨੇ। ਔਰ ਮੈਂ ਦਰਸ਼ਕਾਂ ਨੂੰ ਅਪੀਲ ਤਾਕੀਦ ਕਰਦਾ ਕਿ 1-2 ਮਿੰਟ ਅੱਜ ਅਸੀਂ ਉੱਪਰ ਪ੍ਰੋਗਰਾਮ ਕਰਾਂਗੇ ਔਰ ਅੱਜ 1-2 ਚੀਜ਼ਾਂ ਹੋਰ ਜਿਹੜੀਆਂ ਸਿੱਖਣ ਵਾਲੀਆਂ ਨੇ ਉਹ ਵੀ ਅਸੀਂ ਦੇਖਾਂਗੇ। ਸੋ ਇਹ ਜਿਹੜਾ ਜੇ ਦੇਖਿਆ ਜਾਵੇ ਮੈਡਮ ਢਿੱਲੋਂ ਕਿ ਇਹ ਬਿਲਕੁਲ ਬੇਸਿਕ ਫੰਡਾ ਹੈ ਮੈਡੀਟੇਸ਼ਨ ਕਰਨ ਦਾ। ਬਿਲਕੁਲ ਆਹੀ ਸਿੰਪਲ ਚੀਜ਼ ਹੈ। ਹੁਣ ਤਾਂ ਅਸੀਂ ਟਾਈਮ ਦੀ ਕਮੀ ਦਾ ਕਰਕੇ ਅਸੀਂ ਬਹੁਤ ਜਲਦੀ ਕੀਤਾ ਨਾ, ਪਰ ਇਹਨੂੰ ਅਸੀਂ 20 ਮਿੰਟ ਕਰਦੇ ਹਾਂ। 20 ਮਿੰਟ ਦੇ ਵਿੱਚ ਹਰੇਕ ਚੀਜ਼ ਤੋਂ ਬਾਅਦ ਅਸੀਂ 30 ਸੈਕਿੰਡ ਦਾ ਪੌਜ਼ ਲੈਂਦੇ ਹਾਂ, ਫਿਰ 1 ਮਿੰਟ ਦਾ ਪੌਜ਼ ਲੈਂਦੇ ਹਾਂ, ਫਿਰ ਕਿਤੇ 3 ਮਿੰਟ ਦਾ ਪੌਜ਼ ਲੈਂਦੇ ਹਾਂ। 20-22 ਮਿੰਟ ਦੇ ਵਿੱਚ ਇਹ ਜਦੋਂ ਤੁਸੀਂ ਕਰਦੇ ਹੋ ਹੌਲੀ ਹੌਲੀ ਤੇ ਇਹਦਾ ਬਹੁਤ ਡੂੰਘਾ ਅਸਰ ਹੁੰਦਾ। ਇਹ ਜਿਸ ਤਰ੍ਹਾਂ ਆਪਣਾ ਫੋਨ ਆਪਾਂ ਚਾਰਜ ਕਰਦੇ ਹਾਂ ਨਾ, ਇਸੇ ਤਰ੍ਹਾਂ ਆਪਣੇ ਆਪ ਨੂੰ ਤੁਸੀਂ
ਪੁਰਾਣਾ ਦੇ ਨਾਲ ਚਾਰਜ ਕਰ ਰਹੇ। ਸੋ ਅਗਰ ਕੋਈ ਦਰਸ਼ਕਾਂ ਦੇ ਵਿੱਚੋਂ ਜੇ ਅਗਰ ਇਹੀ ਜਿਹੜੀ ਵਿਧੀ ਹੈ ਇਹ ਹਰ ਰੋਜ਼ ਇਹੀ ਕਰਦਾ ਜਾਵੇ, ਜਿਸ ਤੋਂ ਮੈਨੂੰ ਪਤਾ ਕਿ ਮੈਡੀਟੇਸ਼ਨ ਦੇ ਹੋਰ ਵੀ ਬਹੁਤ ਸਾਰੇ ਤਰੀਕੇ ਹੋਣਗੇ ਜਿਹੜੇ ਕਿ ਆਪਾਂ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਸਾਂਝੇ ਕਰਾਂਗੇ, ਪਰ ਜੇ ਇਹੀ ਉਨੀ ਦੇਰ ਤੱਕ ਜਿੰਨੀ ਦੇਰ ਤੱਕ ਆਪਾਂ ਨੈਕਸਟ ਪ੍ਰੋਗਰਾਮ ਨਹੀਂ ਕਰਦੇ ਤਾਂ ਸ਼ਾਇਦ ਮੈਨੂੰ ਲੱਗਦਾ ਵੀ ਦਰਸ਼ਕਾਂ ਤੱਕ ਜਿਹੜੀ ਇਹ ਵਿਧੀ ਵੀ ਸ਼ਾਇਦ ਉਹਨਾਂ ਲਈ ਕਾਰਗਰ ਹੋ ਸਕੇ। ਹਾਂ, ਤੁਸੀਂ ਦਰਸ਼ਕਾਂ ਨੂੰ ਮੈਂ ਇਹੀ ਕਹਿੰਦੀ ਹਾਂ ਵੀ ਤੁਸੀਂ ਇਹ ਸਿਰਫ ਆਹੀ ਜੋ ਮੈਂ ਤੁਹਾਨੂੰ ਸਿਖਾਇਆ ਤੁਸੀਂ ਇਹੀ ਕਰੋ, ਥੋੜਾ ਜਿਹਾ ਲੰਮਾ ਸਮਾਂ ਲੈ ਕੇ ਕਰੋ, ਸਹਿਜ ਦੇ ਨਾਲ ਹੋਰ 20 ਮਿੰਟ ਤੱਕ ਦਾ। ਹਾਂ, 10 ਮਿੰਟ ਵੀ ਕਰ ਲਓ ਤੁਸੀਂ ਨਾ ਤੇ ਉਹਦੇ ਨਾਲ ਬਹੁਤ ਫਰਕ ਪੈ ਜਾਂਦਾ। ਮਤਲਬ ਸਟਾਰਟਿੰਗ ਦੇ ਵਿੱਚ 5-10 ਮਿੰਟ ਵੀ ਕਰ ਲਓ ਤਾਂ ਵੀ। ਸੋ ਮੈਡਮ ਇੱਕ ਤਾਂ ਯੂਥ ਫੈਸਟੀਵਲ ਬਾਰੇ ਥੋੜੀ ਜਾਣਕਾਰੀ ਦੇ ਦਿਓ ਕਿਉਂਕਿ 5-7 ਮਿੰਟ ਸਾਡੇ ਕੋਲੇ ਬਾਕੀ ਹੈ। ਫਿਰ ਇੱਕ ਦੀ ਮੁਦਰਾ ਜਿਹੜੀਆਂ ਇੱਕ ਦੋ ਮੁਦਰਾਵਾਂ ਜਿਹੜੀਆਂ ਆਪਾਂ ਕਿਉਂਕਿ ਜਲਦਬਾਜ਼ੀ ਨਹੀਂ ਮੈਂ ਕਰਾਂਗਾ ਲੇਕਿਨ ਜੋ ਵੀ ਹੋ ਸਕਦਾ ਅੱਜ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਫਿਰ ਰਿਕਾਰਡਡ ਇਹ ਪ੍ਰੋਗਰਾਮ ਜਿਹੜੇ ਆ ਕਿ ਲੜੀ ਵਾਰਤਾ ਜਿਹੜੀ ਆ ਦਰਸ਼ਕਾਂ ਤੱਕ ਪਹੁੰਚਾਉਣੀ। ਬਿਲਕੁਲ ਜੀ। ਇਹ ਜਿਹੜੀਆਂ ਚੀਜ਼ਾਂ ਨੇ ਨਾ ਹੁਣ ਅਸੀਂ ਇਸ ਕਰਕੇ ਅਸੀਂ ਸਾਰੇ ਪਰੇਸ਼ਾਨ ਇਸ ਕਰਕੇ ਆ ਕਿ ਸਾਨੂੰ ਇਹ ਚੀਜ਼ਾਂ ਸਿੱਖੀਆਂ ਨਹੀਂ ਅਸੀਂ ਕਿਤੇ ਵੀ। ਮਨ ਨੂੰ ਕਿੱਦਾਂ ਸ਼ਾਂਤ ਕਰਨਾ, ਭਾਵਨਾਵਾਂ ਨੂੰ ਕਿੱਦਾਂ ਮੈਨੇਜ ਕਰਨਾ, ਹਨਾ। ਤੇ ਸਾਡੀ ਹੁਣ ਇਹ ਕੋਸ਼ਿਸ਼ ਹੈ ਕਿ ਜੇ ਬਚਪਨ ਤੋਂ ਇਹ ਚੀਜ਼ਾਂ ਸਿਖਾਈਆਂ ਜਾਣ ਬੱਚਿਆਂ ਨੂੰ ਤਾਂ ਉਹਨਾਂ ਦੇ ਲਈ ਬਹੁਤ ਜ਼ਿਆਦਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਫਾਇਦੇਮੰਦ ਹੋ ਸਕਦੀਆਂ ਉਹਨਾਂ ਨੂੰ। ਇਸੇ ਚੀਜ਼ ਨੂੰ ਧਿਆਨ ਕਰਕੇ ਅਸੀਂ ਯੂਥ ਫੈਸਟੀਵਲ ਰੱਖਿਆ ਹੋਇਆ ਜਿਹੜਾ ਕਿ 8 ਸਾਲ ਤੋਂ ਲੈ ਕੇ 12 ਸਾਲ ਦੇ ਬੱਚਿਆਂ ਦਾ ਇੱਕ ਪ੍ਰੋਗਰਾਮ ਹੈ। ਉਹਨੂੰ ਅਸੀਂ ਕਹਿੰਦੇ ਹਾਂ ਆਰਟ ਐਕਸੈਲ। ਆਰਟ ਐਕਸੈਲ ਇਹਦਾ ਮਤਲਬ ਹੈਗਾ ਆਲ ਰਾਊਂਡ ਟ੍ਰੇਨਿੰਗ ਇਨ ਐਕਸੈਲੈਂਸ, ਕਿ ਜੇ ਤੁਸੀਂ ਕੰਮ ਕਰਨਾ ਹੀ ਹੈ ਤੁਸੀਂ ਉਹਨੂੰ ਮੀਡੀਓਕਰ ਕਾਤੇ ਕਰਨਾ, ਐਵੇਂ ਜਿਹਾ ਕਾਤੇ ਕਰਨਾ, ਕਿਉਂਕਿ ਤੁਸੀਂ ਐਕਸਲੈਂਟ ਕਿਉਂ ਨਹੀਂ ਹੋ ਸਕਦੇ ਆਪਣੀ ਲਾਈਫ 'ਚ। ਜਦੋਂ ਤੁਸੀਂ ਟਿਕੇ ਮਨ ਨਾਲ ਕੋਈ ਵੀ ਚੀਜ਼ ਕਰਦੇ ਹੋ ਤੇ ਤੁਸੀਂ ਹਮੇਸ਼ਾ ਤੁਹਾਡਾ ਜਿਹੜਾ ਨਤੀਜਾ ਹੈ ਨਾ ਜਾਂ ਉਹ ਚੰਗਾ ਹੁੰਦਾ। ਤੇ ਕਿੰਨੇ ਸਾਲਾਂ ਤੋਂ ਜਦੋਂ ਦੇ ਮੈਨੂੰ 15 ਸਾਲ ਹੋ ਗਏ ਬੱਚਿਆਂ ਦੇ ਪ੍ਰੋਗਰਾਮ ਸਿਖਾਉਂਦੀ ਨੂੰ, ਤੇ ਅਸੀਂ ਦੇਖਿਆ ਕਿ ਬੱਚਿਆਂ ਦੇ ਗ੍ਰੇਡਸ ਇੰਪਰੂਵ ਹੋ ਜਾਂਦੇ ਨੇ। ਬੱਚਿਆਂ ਦੀ ਜਿਹੜੇ ਬੱਚੇ ਸਪੋਰਟਸ ਦੇ ਵਿੱਚ ਆ ਉਹਨਾਂ ਦੀ ਪਰਫਾਰਮੈਂਸ ਇੰਪਰੂਵ ਹੋ ਜਾਂਦੀ ਹੈ। ਬੱਚੇ ਘਰ ਦੀਆਂ ਵਿੱਚ ਜ਼ਿੰਮੇਵਾਰੀ ਲੈਣ ਲੱਗ ਜਾਂਦੇ ਨੇ, ਰਿਸਪੌਂਸਿਬਿਲਿਟੀ ਲੈਣ ਲੱਗ ਜਾਂਦੇ ਨੇ, ਰਿਸਪੈਕਟ ਕਰਨ ਲੱਗ ਜਾਂਦੇ ਨੇ। ਇਹ ਸਾਰੀਆਂ ਚੀਜ਼ਾਂ ਅਸੀਂ ਇਹਨਾਂ ਦੇ ਇਹਦੇ ਵਿੱਚ ਸਿਖਾਉਂਦੇ ਆ। ਜੇ ਬਾਟਮ ਲਾਈਨ ਦੇਖੀਏ ਤਾਂ ਬੱਚਿਆਂ ਅੰਦਰ ਜਿਹੜੇ ਆ ਉਹ ਇੱਕ ਸੰਸਕਾਰ ਹੈ ਉਹ ਆਉਣੇ ਸ਼ੁਰੂ ਹੋ ਜਾਂਦੇ ਆ। ਸੋ ਮੈਡਮ ਇਹ ਕਦੋਂ ਹੋਣ ਜਾ ਰਿਹਾ ਕਿਉਂਕਿ ਸਮਾਂ ਜਿਹੜਾ ਹੈ ਉਹ ਮੈਨੂੰ ਇਹ ਧਿਆਨ 'ਚ ਰੱਖਣਾ ਪੈਣਾ, ਮਾਫ ਕਰਨਾ ਕਿਉਂਕਿ ਬਹੁਤ ਸ਼ਾਰਟ ਆਪਾਂ ਕਰਾਂਗੇ। ਇੱਕ ਦੀ ਜਿਹੜੀ ਹੋਰ ਆਪਾਂ ਆਸਨ ਹੈ ਜਿਹੜਾ ਹਾਂਜੀ ਨਹੀਂ ਤੁਸੀਂ ਕੋਈ ਵੀ ਦਰਸ਼ਕਾਂ ਨੂੰ ਕਿਸੇ ਨੂੰ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ। ਤੇ ਉਹ 28 ਆਹੀ ਵੀਕਐਂਡ ਤੇ ਫਰਾਈਡੇ ਸੈਟਰਡੇ ਸੰਡੇ 3 ਦਿਨ ਇਹ ਪ੍ਰੋਗਰਾਮ ਹੋ ਰਿਹਾ ਹੈ। ਇੱਕ 12 ਸਾਲ ਤੋਂ 8 ਸਾਲ ਦੇ ਬੱਚਿਆਂ ਦੀ ਕਲਾਸਾਂ ਨੇ, ਇੱਕ 13 ਸਾਲ ਤੋਂ 17 ਸਾਲ ਦੇ ਟੀਨੇਜਰ ਦੀਆਂ ਕਲਾਸਾਂ ਨੇ ਜਿਨ੍ਹਾਂ ਨੂੰ ਉਹਨਾਂ ਦੇ ਹਿਸਾਬ ਦੇ ਨਾਲ ਅਸੀਂ ਇਹ ਧਿਆਨ ਲਾਉਣ ਦੀਆਂ ਵਿਧੀਆਂ, ਸਾਹ ਦੀਆਂ ਵਿਧੀਆਂ, ਆਪਣੀ ਕਿੱਦਾਂ ਤੁਸੀਂ ਆਪਣੀ ਐਨਰਜੀ ਹਾਈ ਰੱਖਣੀ ਹੈ, ਕਿੱਦਾਂ ਤੁਸੀਂ ਪੋਜ਼ਿਟਿਵ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਨੂੰ ਜਿਉਣਾ। ਸੋ ਤੁਹਾਡਾ ਇੱਕ ਨੰਬਰ ਜ਼ਰੂਰ ਦੱਸ ਦਿਓ ਤਾਂ ਕਿ ਦਰਸ਼ਕ ਜਿਹੜੇ ਬੱਚਿਆਂ ਨੂੰ ਆਪਣੇ ਬੱਚਿਆਂ ਨੂੰ ਮੈਡੀਟੇਸ਼ਨ ਯੋਗਾ ਸਿਖਾਉਣਾ ਚਾਹੁੰਦੇ ਆ ਉਹ ਕਿਸ ਤਰੀਕੇ ਨਾਲ ਸਿਖਾ ਸਕਦੇ, ਤੁਹਾਡੇ ਨਾਲ ਸੰਪਰਕ ਕਿਵੇਂ ਕਰਨ? ਹਾਂਜੀ, ਮੇਰਾ ਨੰਬਰ ਹੈਗਾ 416 834 6628 4168346628। ਇਹਦੇ ਤੇ ਤੁਸੀਂ ਕਿਸੇ ਵੀ ਟਾਈਮ ਮੈਨੂੰ WhatsApp ਤੇ ਵੀ ਮੈਸੇਜ ਕਰ ਸਕਦੇ ਹੋ। ਮੇਰਾ ਫੇਸਬੁੱਕ ਪੇਜ ਹੈਗਾ ਮਨਿੰਦਰ ਢਿੱਲੋਂ, ਤੁਸੀਂ ਉਹਦੇ ਤੇ ਵੀ ਮੈਨੂੰ ਸੰਪਰਕ ਕਰ ਸਕਦੇ ਹੋ, ਫੋਨ ਵੀ ਕਰ ਸਕਦੇ ਹੋ। ਸੋ ਜਸਵਿੰਦਰ ਜੀ ਸਮਾਂ ਬੜਾ ਅੱਗੇ ਲੰਘ ਚੁੱਕਿਆ ਔਰ 1-2 ਮਿੰਟ ਸਾਡੇ ਕੋਲ ਹੈਗੇ ਨੇ। ਤੁਸੀਂ ਤੁਹਾਨੂੰ ਕੀ ਲੱਗਦਾ ਕਿ 1-2 ਮਿੰਟ ਦੇ ਵਿੱਚ ਜਿਹੜਾ ਤੁਸੀਂ ਬਜਰ ਆਸਨ ਦੀ ਗੱਲ ਕਰ ਰਹੇ ਸੀ ਉਹ ਸਿਖਾਇਆ ਜਾ ਸਕਦਾ? ਹਾਂ, ਮੈਂ ਬਿਲਕੁਲ ਦੱਸਾਂਗੀ। ਔਰ ਇੱਕ ਵੈਬਸਾਈਟ ਜਿਹੜੀ ਹੈ www.tinytfest1 Youth Fest 1। ਇਸ ਵੈਬਸਾਈਟ ਦੇ ਉੱਤੇ ਨਾ ਜਿਹੜਾ ਯੂਥ ਫੈਸਟੀਵਲ ਹੋਇਆ ਉਹਦੀ ਪੂਰੀ ਜਾਣਕਾਰੀ ਹੈ ਤੇ ਸਾਰੇ ਦਰਸ਼ਕ ਉੱਥੇ ਜਾਣ। ਅਸੀਂ ਜੇ ਫੇਸਬੁੱਕ ਤੇ ਥੱਲੇ ਲਿੰਕ ਵੀ ਦਵਾਂਗੇ। ਤੇ ਅੱਜ ਇੰਡੀਅਨ ਕੌਂਸੂਲੇਟ ਜੇ ਆਪਣੇ ਟੋਰਾਂਟੋ ਦੇ ਵਿੱਚ ਅਪੂਰਵ ਸ਼੍ਰੀਵਾਸਤਵ ਜੀ ਨੇ ਉਹਨਾਂ ਨੇ ਵੀ ਅੱਜ ਫ੍ਰੀ ਸੈਸ਼ਨ ਸਾਰੇ ਟੋਰਾਂਟੋ ਦੇ ਬੱਚਿਆਂ ਲਈ ਰੱਖਿਆ ਸੀਗਾ। ਸੋ ਇਹ ਪੂਰਾ ਉਪਰਾਲਾ ਹੈ ਕਿ ਅਸੀਂ ਆਪਣੀ ਕਮਿਊਨਿਟੀ ਦੇ ਬੱਚਿਆਂ ਨੂੰ, ਟੀਨੇਜਰਸ ਨੂੰ ਇਸ ਚੀਜ਼ ਸਿਖਾਈਏ। ਹੁਣ ਸਕੂਲ ਖੁੱਲਣ ਵਾਲੇ ਨੇ ਲੋਕਡਾਊਨ ਦੇ ਟਾਈਮ 'ਚ ਤੇ ਇਹਦਾ ਭਰਪੂਰ
ਜ਼ਰੂਰ ਫਾਇਦਾ। ਔਰ ਸਾਡੀ ਵੀ ਇਹੀ ਕੋਸ਼ਿਸ਼ ਹੈ ਕਿ ਤੁਹਾਡੇ ਵਰਗੇ ਮਹਾਰਥੀਆਂ ਨੂੰ ਤੇ ਲਿਆ ਕੇ ਦਰਸ਼ਕਾਂ ਤੱਕ ਪਹੁੰਚਦੀ ਕਰੀਏ, ਕਿਉਂਕਿ ਸਰੀਰ ਜਾਂ ਮਾਨਸਿਕ ਲੈਵਲ ਤੇ ਜਿਹੜਾ ਅੱਜ ਕੱਲ੍ਹ ਪਰੇਸ਼ਾਨੀਆਂ ਚੱਲ ਰਹੀਆਂ ਨੇ ਉਹਨਾਂ ਤੋਂ ਨਿਜਾਤ ਕਿਵੇਂ ਪਾਈ ਜਾ ਸਕਦੀ ਹੈ। ਜਿਸ ਮਨ 10 15 20 50 ਲੋਕਾਂ ਤੱਕ ਵੀ ਸਾਡੀ ਇਹ ਜਾਣਕਾਰੀ ਪਹੁੰਚ ਗਈ ਤਾਂ ਮੈਂ ਉਹ ਪਹਿਲਾਂ ਦੱਸਿਆ ਕਿ ਸਾਡੀ ਸੇਵਾ ਮਨਜ਼ੂਰ ਹੋ ਗਈ। ਸੋ 1 ਮਿੰਟ 1.5 ਮਿੰਟ ਦੇ ਵਿੱਚ ਜੇ ਵਜਰ ਆਸਨ ਤੁਸੀਂ ਸਿਖਾ ਦਿਓ। ਇੱਕ ਆਸਨ ਜਿਹੜਾ ਮੈਨੂੰ ਰਮਨ ਜੀ ਨੇ ਕਿਹਾ ਸੀ ਕਿ ਜ਼ਰੂਰ ਦਰਸ਼ਕਾਂ ਨੂੰ ਦੱਸਣਾ ਹੈ, ਇਹ ਜਿਹੜਾ ਆਸਨ ਹੈ ਇਹ ਅਸੀਂ ਖਾਣੇ ਤੋਂ ਬਾਅਦ ਕਰ ਸਕਦੇ ਹਾਂ, ਜਿਹਦੇ ਨਾਲ ਸਾਡੀ ਪਾਚਨ ਸ਼ਕਤੀ ਜਿਹੜੀ ਹੈ ਉਹ ਠੀਕ ਹੋ ਸਕਦੀ। ਤੇ ਜਿਹੜੇ ਬੈਠ ਸਕਦੇ ਨੇ, ਆਪਾਂ ਆਪਣੇ ਗੋਡਿਆਂ ਦੇ ਉੱਪਰ ਭਾਰ ਬੈਠਣਾ ਔਰ ਜਿਹੜੇ ਸਾਡੇ ਪੈਰ ਨੇ ਉਹ ਇਸ ਤਰ੍ਹਾਂ ਤੁਸੀਂ ਮੈਨੂੰ ਦੇਖ ਸਕਦੇ ਨੇ ਤੇ ਅੱਡੀਆਂ ਦੇ ਉੱਪਰ ਅਸੀਂ ਇਦਾਂ ਸਾਈਡ ਨੂੰ ਨੇ ਔਰ ਇਦਾਂ ਪੈਰ ਇਦਾਂ, ਔਰ ਇਹਦੇ ਵਿੱਚ ਸਾਡੀ ਜਿਹੜੀ ਰੀੜ੍ਹ ਦੀ ਹੱਡੀ ਹੈ ਉਹ ਸਿੱਧੀ ਰਹੇਗੀ ਤੇ ਸਿੱਧੀ ਰਹੇਗੀ। ਔਰ ਇਹ ਅਗਰ ਨਾਰਮਲੀ ਜਿਹੜਾ ਯੋਗਾ ਮੈਂ ਜਿਹੜੇ ਵਾਰਮ ਅਪ ਕੀਤੇ ਸੀਗੇ ਨਾ ਉਹ ਖਾਲੀ ਪੇਟ ਔਰ ਹਲਕੇ ਪੇਟ ਤੇ ਕਰਨੇ ਚਾਹੀਦੇ, ਸੈਰ ਕਰਨ ਜਾਈਏ ਯੋਗਾ ਖਾਣ ਤੋਂ ਬਾਅਦ। ਹਾਂ ਨਹੀਂ, ਜਿਹੜਾ ਯੋਗਾ ਇਹ ਜਿਹੜਾ ਆਸਨ ਹੈ ਇਹ ਖਾਣਾ ਖਾਣ ਤੋਂ ਬਾਅਦ ਅਗਰ ਅਸੀਂ ਬੈਠਦੇ ਹਾਂ ਨਾ ਇਹਦੇ ਵਿੱਚ ਤਾਂ ਰੀੜ੍ਹ ਦੀ ਹੱਡੀ ਸਿੱਧੀ, ਸਾਡੀ ਪਾਚਨ ਸ਼ਕਤੀ ਤੁਸੀਂ ਦੇਖੋਗੇ 5 ਮਿੰਟ ਸ਼ੁਰੂ ਕਰੋ ਬੈਠਣਾ, ਫਿਰ ਜਿਹੜੇ ਬੈਠ ਸਕਦੇ ਨੇ ਹੌਲੀ ਹੌਲੀ ਤੁਸੀਂ ਦੇਖੋਗੇ ਤੁਹਾਡੀ ਡਾਈਜੈਸ਼ਨ ਜਿਹੜੀ ਪਾਚਨ ਸ਼ਕਤੀ ਉਹ ਵਧੀਆ ਹੋਵੇਗੀ। ਸੋ ਮੈਂ ਤੁਸੀਂ ਪਹਿਲਾਂ ਜਿਵੇਂ ਦੱਸਿਆ ਸੀ ਕਿ ਜਿਹਨਾਂ ਦਰਸ਼ਕਾਂ ਨੂੰ ਜਾਂ ਜਿਹੜੇ ਪ੍ਰੋਗਰਾਮ ਸਾਡਾ ਦੇਖ ਰਹੇ ਨੇ ਔਰ ਪ੍ਰੋਗਰਾਮ ਨੂੰ ਬਾਅਦ ਦੇ ਵਿੱਚ ਵੀ ਦੇਖਣਗੇ ਫੇਸਬੁੱਕ ਦੇ ਜ਼ਰੀਏ, ਲਿੰਕ ਦੇ ਜ਼ਰੀਏ, ਤਾਂ ਮੈਂ ਜਸਮਿੰਦਰ ਤੁਸੀਂ ਦੱਸਿਆ ਸੀ ਕਿ ਵੀ ਇਹਦੇ ਨਾਲ ਜਿਹੜਾ ਜਿਵੇਂ ਕਿਸੇ ਦੇ ਐਸਿਡਿਟੀ ਬਣਦੀ ਹੈ, ਗੈਸ ਦਾ ਬਣਨਾ, ਜਿਹੜਾ ਫੂਡ ਪੋਇਜ਼ਨਿੰਗ ਹੋ ਗਈ ਜਾਂ ਕਹਿੰਦੇ ਕਿ ਵੀ ਉਹ ਖੱਟੇ ਮਿੱਠੇ ਡਕਾਰ ਆ ਰਹੇ ਜਾਂ ਇਦਾਂ ਲੱਗਦਾ ਕਿ ਢਿੱਡ ਭਰਿਆ ਭਰਿਆ ਜਾਂ ਬਲੋਟਿੰਗ ਜਿਹਨੂੰ ਕਹਿੰਦੇ ਆ, ਤਾਂ ਉਹ ਵੀ ਸ਼ਾਇਦ ਉਹਦੇ ਵਿੱਚ ਵੀ ਇਹ ਹੈਲਪਫੁਲ ਹੈ। ਬਿਲਕੁਲ ਜੀ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਦੋਨਾਂ ਦਾ, ਮੈਡਮ ਢਿੱਲੋਂ, ਡਾਕਟਰ ਜਸਮਿੰਦਰ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਜ਼ਰੂਰ ਜਿਹੜੇ ਇਹ ਪ੍ਰੋਗਰਾਮ ਹੈ ਨਾ ਇੱਕ ਲੜੀਵਾਰ ਬਣਾ ਕੇ ਨਾ ਆਪਾਂ ਜਿਵੇਂ ਵੈਬ ਸੀਰੀਜ਼ ਚੱਲਦੀ ਹੈ ਉਸ ਤਰੀਕੇ ਦੇ ਨਾਲ ਰਿਕਾਰਡ ਕਰਕੇ ਦਰਸ਼ਕਾਂ ਤੱਕ ਪਹੁੰਚਦੇ ਕਰਾਂਗੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਔਰ ਇੱਕ ਵਾਰੀ ਨੰਬਰ ਅਨਾਉਂਸ ਕਰ ਦਿਓ ਤਾਂ ਫਿਰ ਆਪਾਂ ਇਜਾਜ਼ਤ। 4168346628 416 834 6828। ਸੋ ਮੈਂ ਦਰਸ਼ਕਾਂ ਨੂੰ ਤਾਕੀਦ ਕਰਦਾ ਕਿ ਵਿਜ਼ਨ ਪੰਜਾਬ ਟੀਮ ਦੇ ਵੱਲੋਂ ਸਾਰਿਆਂ ਨੂੰ ਅਪੀਲ ਹੈ ਕਿ ਆਪਣੇ ਬੱਚਿਆਂ ਨੂੰ ਯੋਗਾ ਔਰ ਜਿਹੜੀ ਇਹ ਮੈਡੀਟੇਸ਼ਨ ਦੀ ਜ਼ਰੂਰ ਜਾਣਕਾਰੀ ਦਿਓ। ਜਿੱਥੇ ਅਸੀਂ ਆਪਣੇ ਬੱਚਿਆਂ ਨੂੰ ਭੰਗੜਾ, ਗਿੱਧਾ ਜਾਂ ਸਵਿਮਿੰਗ ਦੀਆਂ ਚੀਜ਼ਾਂ ਦੱਸਦੇ ਹਾਂ ਤਾਂ ਮਾਨਸਿਕ ਪੱਧਰ ਉੱਪਰ ਕਰਨ ਦੇ ਲਈ ਮੈਡੀਟੇਸ਼ਨ, ਯੋਗਾ ਵੀ ਬਹੁਤ ਜ਼ਰੂਰੀ ਹੈ। ਸੋ ਆਪਣੇ ਬੱਚਿਆਂ ਨੂੰ ਇਹਦੀ ਵੀ ਜਾਣਕਾਰੀ ਜ਼ਰੂਰ ਦਿਆ ਕਰੋ। ਇਹ ਕਿਸੇ ਧਰਮ ਨਾਲ ਜੋੜ ਕੇ ਨਹੀਂ ਹੈ, ਇਹ ਆਪਣੇ ਆਪ ਦੀ ਸਰੀਰਕ ਤੇ ਬੌਧਿਕ ਪ੍ਰਕਿਰਿਆ ਹੈ। ਸੋ ਸ਼ੁਕਰੀਆ ਤੁਹਾਡਾ। ਔਰ ਇਸੇ ਤਰੀਕੇ ਦੇ ਨਾਲ ਵਿਜ਼ਨ ਪੰਜਾਬ ਟੀਵੀ ਦੇਖਦੇ ਰਹੋ ਔਰ ਵਿਜ਼ਨ ਪ੍ਰਾਈਮ ਟਾਈਮ ਸ਼ੋ, ਅੱਜ ਵੈਸੇ ਵਿਜ਼ਨ ਲਾਈਵ ਅਸੀਂ ਕਰ ਰਹੇ ਹਾਂ ਕਿਉਂਕਿ ਅੱਜ ਪ੍ਰੋਗਰਾਮ ਇਸ ਤਰ੍ਹਾਂ ਦਾ ਸੀ, ਤਾਂ ਵਿਜ਼ਨ ਪ੍ਰਾਈਮ ਟਾਈਮ ਸ਼ੋ ਅਸੀਂ ਸੋਮਵਾਰ ਤੋਂ ਲੈ ਕੇ ਵੀਰਵਾਰ ਤੱਕ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਕਰਦੇ ਹਾਂ ਔਰ ਇਸ ਦਾ ਸਮਾਂ ਜੋ 7 ਤੋਂ 8 ਹੋਇਆ ਕਰਦਾ ਹੈ। ਨਵੇਂ ਮਹਿਮਾਨ ਤੇ ਨਵੇਂ ਵਿਸ਼ੇ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਸ਼ੁਕਰੀਆ। ਜਿਉਂਦੇ ਰਹੋ, ਬਸਦੇ ਰਹੋ, ਸ਼ੁਭਾ ਖੈਰ।